ਅਜਿਹਾ ਸਮਾਂ ਨਹੀਂ ਆਇਆ ਕਿ ਹਰਪ੍ਰੀਤ ਸਿੰਘ ਜੀ ਨੇ ਸੋਚਿਆ ਹੋਵੇ ਕਿ ਮੈਂ ਇਸ ਗੇਮ ਦੀ ਬਜਾਏ ਕੁਝ ਹੋਰ ਇੰਜੀਨੀਅਰ ਬਣਾ ਜਾਂ ਡਾਕਟਰ ਬਣਾ। ਮੈਨੂੰ ਕੋਚ ਪ੍ਰੋਫੈਸ਼ਨ ਚੰਗਾ ਲੱਗਣ ਲੱਗ ਪਿਆ ਜਦੋਂ ਮੈਂ ਨੈਸ਼ਨਲ ਲੈਵਲ ਤੇ ਬਾਕਸਿੰਗ ਕਰ ਰਿਹਾ ਸੀ। ਕਿੰਨੇ ਕੁ ਬੱਚਿਆਂ ਨੂੰ ਤੁਸੀਂ ਸਿਖਾਇਆ ਤੇ ਕਿਹੜੇ ਅਹੁਦਿਆਂ ਤੇ ਉਹ ਨੌਕਰੀ ਲੱਗੇ? ਬਹੁਤ ਚੰਗੀਆਂ ਰੈਂਕਾਂ ਤੇ ਵੀ ਗਏ, ਚਾਹੇ ਉਹ ਰੇਲਵੇ ਸੀ, ਚਾਹੇ ਉਹ ਪੁਲਿਸ ਸੀ, ਚਾਹੇ ਕੋਚਿੰਗ ਜਾਂ ਟੀਚਿੰਗ ਪ੍ਰੋਫੈਸ਼ਨ ਸੀਗਾ। ਕਿ ਜ਼ਿੰਦਗੀ ਦੇ ਵਿੱਚ ਕਦੇ ਅਹਿਸਾਸ ਹੋਇਆ ਵੀ ਮੈਂ ਇਸ ਦੀ ਬਜਾਏ ਬਹੁਤ ਕੁਝ ਛੱਡ ਬੈਠਿਆ ਵੀ ਇਸ ਗੇਮ ਦੇ ਚੱਕਰ ਦੇ ਵਿੱਚ? ਮੈਂ ਕਹਿੰਦਾ ਕਿ ਰੱਬ ਜੇ ਮੈਨੂੰ ਨੈਕਸਟ ਜਨਮ ਵੀ ਦੇਵੇ ਤਾਂ ਮੈਂ ਕੋਚ ਹੀ ਬਣਨਾ ਚਾਹਾਂਗਾ। ਮੈਂ ਕੋਈ ਵੱਡਾ ਅਫਸਰ ਜਾਂ ਕੋਈ ਵੱਡਾ ਬਿਜ਼ਨਸਮੈਨ ਜਾਂ ਬਹੁਤ ਪੈਸੇ ਵਾਲਾ ਇਨਸਾਨ ਨਹੀਂ ਬਣਨਾ ਚਾਹੁੰਦਾ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ ਕਿ ਤੁਸੀਂ ਇੱਕ ਆਫ ਦਾ ਰਿਕਾਰਡ ਵੀ ਸਾਨੂੰ ਦੱਸਿਆ ਕਿ ਇੱਕ ਬੱਚਾ ਸੀ ਜਿਹੜਾ ਇੱਕ ਗਰਾਊਂਡ ਦੇ ਬਾਹਰ ਖੜ੍ਹ ਕੇ ਐਂ ਕਰਕੇ ਬੈਠਿਆ ਸੀ, ਉਹ ਵਾਲਾ ਮਤਲਬ ਕਿੱਸਾ ਜਿਹੜਾ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਤਾਂ ਉਹ ਮੁੰਡਾ ਜਿਹੜਾ ਪੱਟੀ ਸੀਗਾ ਉਹ ਕੁਝ ਦਿਨਾਂ ਤੋਂ ਦੇਖਣ ਵਾਸਤੇ ਆ ਰਿਹਾ ਸੀਗਾ ਤੇ ਉਦੋਂ ਗੇਮ ਪੂਰੇ ਜ਼ੋਰ ਨਾਲ ਲੱਗ ਰਹੀ ਸੀ ਤੇ ਉਹ ਬਾਸਕਟਬਾਲ ਉਹਦੇ ਕੋਲ ਚਲੀ ਗਈ। ਉਹਨਾਂ ਨੂੰ ਬੜੀ ਜ਼ੋਰ ਦੀ ਲੱਤ ਮਾਰੀ ਤੇ ਉਹ ਇੱਕ ਕੰਡਿਆਂ ਵਾਲੀ ਤਾਰ 'ਤੇ ਜਾ ਕੇ ਵੱਜੀ, ਜਿਹੜੀ ਆਹ ਲੋਹੇ ਦੀ ਹੁੰਦੀ ਆ, ਤੇ ਉਹਦੀ ਪੈਂਚਰ ਹੋ ਕੇ ਇੱਕਦਮ ਹੀ ਹਵਾ ਨਿਕਲ ਗਈ। ਤੇ ਉਹ ਬੱਚੇ ਨੂੰ ਡਰ ਸੀ ਕਿ ਵੀ ਬੜਾ ਸਖਤ ਟੀਚਰ ਹੈ ਤੇ ਇਹ ਹੁਣ ਮੇਰੇ ਥੱਪੜੇ ਮਾਰੂਗਾ। ਇਸ ਤਰ੍ਹਾਂ ਮੈਂ ਸੁਣਿਆ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤੁਸੀਂ ਆਪਣੇ ਬੱਚੇ ਦੇ ਕਿਸੇ ਕੰਪੀਟੀਸ਼ਨ ਦੇ ਵਿੱਚ ਉਹ ਨਹੀਂ ਹਰਾਤਾ ਸੀਗਾ। 10 ਮਿੰਟ ਪਹਿਲਾਂ ਪੌੜੀਆਂ ਚੜ੍ਹ ਕੇ ਆਪਦੇ ਬੱਚੇ ਨੂੰ ਆਪ ਹਰਾਇਆ ਸੀਗਾ ਵੀ ਹੋ ਸਕਦਾ ਇੱਕ ਬਾਕਸਿੰਗ ਕੋਚ ਹੋਣ ਦੇ ਨਾਤੇ ਮੈਨੂੰ ਫੇਵਰ ਦੇ ਦਿੱਤੀ ਜਾਵੇ। ਤੇ ਮੈਨੂੰ ਉਸ ਗੱਲ ਦੀ ਉਸ ਤੋਂ ਵੱਡੀ ਖੁਸ਼ੀ ਇਹ ਹੋਈ ਕਿ ਜਦੋਂ ਮੇਰਾ ਬੱਚਾ ਰਿੰਗ ਤੋਂ ਉਤਰਿਆ ਤੇ ਉਹ ਪੂਰਾ ਗੁਰਸਿੱਖਿਆ ਉਹਨੇ ਮੈਨੂੰ ਜੱਫੀ ਪਾ ਲਈ, ਕਹਿੰਦਾ ਪਾਪਾ ਆਹ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹੋਸਟ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ। ਅੱਜ ਅਸੀਂ ਦਰਸ਼ਕਾਂ ਨੂੰ ਜੋ ਪ੍ਰੋਗਰਾਮ ਅੱਗੇ ਵੀ ਦਿਖਾਉਂਦੇ ਹਾਂ, ਇੱਕ ਖਾਸ ਸ਼ਖਸੀਅਤ, ਅੱਜ ਉਸੇ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਖੁਦ ਬਹੁਤ ਵਿਸ਼ਾਲ ਹੈ ਖੇਡਾਂ ਦੇ ਮਾਮਲੇ ਦੇ ਵਿੱਚ। ਜੇਕਰ ਅਸੀਂ ਗੱਲ ਕਰੀਏ ਉਹਨਾਂ ਦੇ ਪਿਛੋਕੜ ਦੀ, ਵੈਸੇ ਤਾਂ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਦੀ ਤੇ ਉਹਨਾਂ ਦੇ ਕਿੱਸੇ ਕਹਾਣੀਆਂ ਦੀ ਅਸੀਂ ਉਹਨਾਂ ਨਾਲ ਗੱਲਾਂ ਕਰਾਂਗੇ। ਤੇ ਜੇਕਰ ਅਸੀਂ ਉਹਨਾਂ ਨੂੰ ਛੋਟੇ ਸ਼ਬਦਾਂ 'ਚ ਗੱਲ ਕਰੀਏ ਤਾਂ ਉਹਨਾਂ ਦਾ ਪਿਛੋਕੜ ਹੀ ਕੁਛ ਇਸ ਤਰ੍ਹਾਂ ਦਾ ਰਿਹਾ। ਅਗਰ ਉਹਨਾਂ ਦੇ ਦਾਦਾ ਜੀ ਦੀ ਗੱਲ ਕਰੀਏ ਤਾਂ ਉਹ ਫਰੀਡਮ ਫਾਈਟਰ ਸੀ, ਉਹਨਾਂ ਦੇ ਪਿਤਾ ਨੇ ਸੇਵਾ ਕੀਤੀ ਫੌਜ ਦੇ ਵਿੱਚ ਤੇ ਆਪ ਉਹਨਾਂ ਨੇ ਅਜਿਹੇ ਖਿਡਾਰੀ ਤਿਆਰ ਕੀਤੇ ਜੋ ਅੱਜ ਚੰਗੀਆਂ ਨੌਕਰੀਆਂ ਤੇ ਜਾਂ ਕਈ ਚੰਗੇ ਮੁਲਕਾਂ ਦੇ ਵਿੱਚ ਜਾ ਕੇ ਸੈਟਲ ਨੇ। ਸੋ ਸਭ ਤੋਂ ਪਹਿਲਾਂ ਸਵਾਗਤ ਹੈ ਹਰਪ੍ਰੀਤ ਸਿੰਘ ਹੁੰਦਲ ਜੀ ਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਧੰਨਵਾਦ ਕਰਦਾ ਹੋਸਟ ਪੰਜਾਬ ਦਾ ਜਿਸ ਚੈਨਲ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਇੰਟਰਵਿਊ ਕੰਡਕਟ ਕੀਤੀ ਹੈ ਤੇ ਤੁਹਾਨੂੰ ਜੀ ਆਇਆਂ ਨੂੰ। ਹਰਪ੍ਰੀਤ ਜੀ, ਸਾਡਾ ਸਭ ਤੋਂ ਪਹਿਲਾਂ ਸਵਾਲ ਹੈ ਕਿ ਤੁਸੀਂ, ਜੇਕਰ ਅਸੀਂ ਗੇਮ ਦੀ ਗੱਲ ਕਰੀਏ ਬਾਕਸਿੰਗ ਦੀ, ਤੁਸੀਂ ਬਾਕਸਿੰਗ ਦੇ ਕੋਚ ਵੀ ਰਹੇ ਤੇ ਆਖਰੀ ਦੇ ਵਿੱਚ ਮੇਰੇ ਖਿਆਲ ਨਾਲ ਤੁਸੀਂ DSO ਰਿਟਾਇਰ ਹੋਏ ਹੋ, ਪਰ ਇਸ ਸਭ ਦਾ ਸਫ਼ਰ ਬਚਪਨ ਦੇ ਵਿੱਚ ਕਿਹੜੀ ਉਮਰ ਤੋਂ ਸਟਾਰਟ ਹੋਇਆ? ਫਾਦਰ ਸਾਹਿਬ ਆਰਮੀ ਦੇ ਵਿੱਚ ਸੀਗੇ ਜੀ ਤੇ ਉਹਨਾਂ ਨੇ ਦੋ ਗੱਲਾਂ ਵਾਸਤੇ ਜ਼ਿਆਦਾ ਜ਼ੋਰ ਦੇਣਾ ਵੀ ਪੁੱਤਰ ਪੜ੍ਹਿਆ ਕਰੋ ਤੇ ਖੇਡਿਆ ਕਰੋ ਜੀ। ਉਸ ਗੱਲ ਨੂੰ ਪੱਲੇ ਬੰਨ੍ਹ ਕੇ ਜਿੰਨਾ ਕੁ ਪੜ੍ਹ ਸਕਦੇ ਸੀ, ਜਿੰਨੇ ਕੁ ਸੋਰਸ ਸੀਗੇ ਉਹਨਾਂ ਕੁ ਪੜ੍ਹਿਆ। ਮੈਂ MA ਹਿਸਟਰੀ ਕੀਤੀ ਇੱਥੋਂ ਮਹਿੰਦਰਾ ਕਾਲਜ ਤੋਂ ਜੀ, ਤੇ NIS ਕੀਤੀ, DPED ਕੀਤੀ ਜੀ, ਤਾਂ ਨਾਲ ਨਾਲ ਆਪਣੀ ਗੇਮ ਨੂੰ ਜਾਰੀ ਰੱਖਿਆ ਜੀ। ਹਰਪ੍ਰੀਤ ਜੀ, ਬਚਪਨ ਦੇ ਵਿੱਚ ਕੋਈ ਅਜਿਹਾ ਸਮਾਂ ਨਹੀਂ ਆਇਆ ਕਿ ਹਰਪ੍ਰੀਤ ਸਿੰਘ ਜੀ ਨੇ ਸੋਚਿਆ ਹੋਵੇ ਕਿ ਮੈਂ ਇਸ ਗੇਮ ਦੀ ਬਜਾਏ ਕੁਝ ਹੋਰ ਇੰਜੀਨੀਅਰ ਬਣਾ ਜਾਂ ਡਾਕਟਰ ਬਣਾ ਜਾਂ ਕੁਝ ਬਾਹਰਲੇ ਮੁਲਕ ਲਈ ਕੁਝ ਇੱਦਾਂ ਦੀ ਪੜ੍ਹਾਈ ਕਰਾਂ ਕਿ ਮੈਂ ਅੱਗੇ ਜਾ ਕੇ ਬਾਹਰਲੇ ਮੁਲਕ ਜਾਣਾ? ਦੇਖੋ, ਸ਼ੁਰੂ 'ਚ ਜਦੋਂ ਤੁਸੀਂ ਪੜ੍ਹ ਰਹੇ ਹੁੰਦੇ, ਜਦੋਂ ਖੇਡ ਰਹੇ ਹੁੰਦੇ, ਤੁਹਾਨੂੰ ਕਈ ਵਾਰੀ ਆਪਣਾ ਨਿਸ਼ਾਨਾ ਹੌਲੀ ਹੌਲੀ ਜਿਵੇਂ ਜਿਵੇਂ ਮੈਚਿਓਰ ਹੁੰਦੇ ਹੋ ਤਾਂ ਆਪਣਾ ਨਿਸ਼ਾਨਾ ਮਤਲਬ ਬਣਾਉਂਦੇ ਹੋ। ਜਦੋਂ ਮੈਂ ਪੜ੍ਹ ਰਿਹਾ ਸੀ ਤੇ ਖੇਡ ਰਿਹਾ ਸੀਗਾ ਤੇ ਬਾਕਸਿੰਗ ਨਾਲ ਇੰਨੀ ਕੁ ਅਟੈਚਮੈਂਟ ਹੋ ਗਈ। ਮੇਰੇ ਗੁਰੂ ਬਹੁਤ ਚੰਗੇ ਸੀਗੇ, ਸ਼੍ਰੀ TL ਗੁਪਤਾ। ਉਸ ਤੋਂ ਬਾਅਦ ਜਿਹੜੇ ਟੀਚਰ ਮਿਲੇ ਉਹ ਸਾਰੇ ਬੈਟਰ ਗਾਈਡ ਕਰਦੇ ਰਹੇ ਤੇ ਮੇਰੀ ਉਹਨਾਂ ਦੇ ਮਨ 'ਚ ਇਹੋ ਜਿਹੀ ਪਿਕਚਰ ਬਣ ਗਈ ਕਿ ਕੀ ਯਾਰ ਵੀ ਜਿਵੇਂ ਇਹਨਾਂ ਨੂੰ ਲੋਕ ਸਤਿਕਾਰ ਕਰਦੇ ਨੇ, ਜਿਵੇਂ ਮਿਹਨਤ ਕਰਦੇ ਨੇ, ਜਿਵੇਂ ਪਿਆਰ ਕਰਦੇ ਨੇ, ਤੇ ਵੀ ਕਿਉਂ ਨਾ ਮੈਂ ਵੀ ਕੱਲ੍ਹ ਨੂੰ ਇੱਕ ਕੋਚ ਹੀ ਬਣ ਜਾਵਾਂ। ਤਾਂ ਮੈਨੂੰ ਕੋਚ ਪ੍ਰੋਫੈਸ਼ਨ ਚੰਗਾ ਲੱਗਣ ਲੱਗ ਪਿਆ ਜਦੋਂ ਮੈਂ ਨੈਸ਼ਨਲ ਲੈਵਲ 'ਤੇ ਬਾਕਸਿੰਗ ਕਰ ਰਿਹਾ ਸੀ ਜੀ। ਜੇਕਰ ਅਸੀਂ ਆਪਣੀ ਜਾਣਕਾਰੀ ਦੀ ਗੱਲ ਕਰੀਏ ਤਾਂ ਤਕਰੀਬਨ ਤੁਸੀਂ 52 ਦੇ ਕਰੀਬ ਮੈਡਲ ਜਾਂ ਇਸ ਤੋਂ ਵੱਧ ਦੇ ਮੈਡਲ ਤੁਸੀਂ ਤੁਹਾਡੇ ਕੋਲ ਨੇ। ਇਸੇ ਤਰ੍ਹਾਂ ਹੀ ਕਿੰਨੇ ਕੁ ਬੱਚਿਆਂ ਨੂੰ ਤੁਸੀਂ ਸਿਖਾਇਆ ਤੇ ਕਿਹੜੇ ਅਹੁਦਿਆਂ 'ਤੇ ਉਹ ਨੌਕਰੀ ਲੱਗੇ ਨੇ?
ਹਜ਼ਾਰਾਂ ਹੀ ਬੱਚਿਆਂ ਨੇ ਬਾਕਸਿੰਗ ਦੀ ਟ੍ਰੇਨਿੰਗ ਲਈ ਜੀ ਤੇ ਬਹੁਤ ਚੰਗੀਆਂ ਰੈਂਕਾਂ ਤੇ ਵੀ ਗਏ, ਚਾਹੇ ਉਹ ਰੇਲਵੇ ਸੀ, ਚਾਹੇ ਉਹ ਪੁਲਿਸ ਸੀ, ਚਾਹੇ ਕੋਚਿੰਗ ਜਾਂ ਟੀਚਿੰਗ ਪ੍ਰੋਫੈਸ਼ਨ ਸੀਗਾ। ਮੇਰੀ ਇਹ ਤਮੰਨਾ ਹੁੰਦੀ ਸੀ ਵੀ ਜਿਹੜਾ ਬੱਚਾ ਕਮਿਟਮੈਂਟ ਕਰਕੇ ਘਰੋਂ ਆ ਗਿਆ, ਜੀ ਜੇ ਉਹ 4-5 ਸਾਲ ਮੇਰੇ ਕੋਲ ਰਹਿੰਦਾ ਤਾਂ ਉਹਨੂੰ ਜ਼ਰੂਰ ਕੋਈ ਨਾ ਕੋਈ ਗੌਰਮੈਂਟ ਜੌਬ ਜਾਂ ਇਹੋ ਜਿਹਾ ਸਿਸਟਮ ਮਿਲ ਜਾਣਾ ਚਾਹੀਦਾ ਤਾਂ ਕਿ ਉਹ ਆਪਣੀ ਜੀਵਿਕਾ ਵੀ ਕਮਾ ਸਕੇ। ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਬੰਦੇ ਕੋਲ ਇੱਥੇ ਜੌਬ ਨਹੀਂ ਹੈਗੀ ਜਾਂ ਸੋਰਸ ਆਫ ਇਨਕਮ ਨਹੀਂ ਹੈਗਾ, ਫਿਰ ਉਹ ਬੰਦਾ ਟਰੈਕ ਤੋਂ ਉਤਰ ਜਾਂਦਾ ਤੇ ਫਿਰ ਇਹੀ ਬਾਕਸਰ ਜੀ ਕ੍ਰਾਈਮ ਕਰਦਾ। ਤੇ ਉਹਦਾ ਕ੍ਰਾਈਮ ਕਰਨ ਦਾ ਜਿਹੜਾ ਕਾਰਨ ਹੁੰਦਾ ਉਹ ਇਹ ਹੁੰਦਾ ਕਿ ਉਹਨੂੰ ਮਤਲਬ ਜੌਬ ਨਹੀਂ ਮਿਲਦੀ ਜਾਂ ਕੋਈ ਪਲੇਟਫਾਰਮ ਨਹੀਂ ਮਿਲਦਾ। ਤੇ ਮੇਰੀ ਹੁੰਦੀ ਸੀ ਵੀ ਇਹ ਅੱਛਾ ਇਨਸਾਨ ਬਣੇ ਤੇ ਘੱਟੋ ਘੱਟ ਰੁਜ਼ਗਾਰ ਜੋਗਾ ਹੋ ਜਾਵੇ। ਜੀ ਉਹਦੇ ਵਾਸਤੇ ਮੈਂ ਪੂਰੀ ਐਫਰਟਸ ਕਰਦਾ ਸੀ ਗੇਮ ਦੇ ਵਿੱਚ ਵੀ ਤੇ ਉਹਨੂੰ ਅਦਰਵਾਈਜ਼ ਵੀ ਟੀਚ ਕਰਦਾ ਸੀ ਵੀ ਜੇ ਤੂੰ BA ਕਰ ਲਈ ਹੈ ਤਾਂ DP ਨਾਲੋਂ ਤੂੰ B.Ed ਕਰ ਲੈ, ਜ਼ਿਆਦਾ ਸਕੋਪ ਹੈ ਕਿਉਂਕਿ ਜੀ। ਉਧਰ ਸਪੋਰਟਸ ਕੋਟੇ ਦੇ ਵਿੱਚ ਤੈਨੂੰ ਜੌਬ ਛੇਤੀ ਮਿਲ ਜੇਗੀ। ਸੋ ਆਪਣੇ ਟੀਚਰਸ ਤੋਂ ਜਿਹੜੀ ਚੰਗੀਆਂ ਗੱਲਾਂ ਸੀ ਮੈਂ ਉਹਨਾਂ ਨੂੰ ਦੱਸਦਾ ਸੀਗਾ ਵੀ ਲਾਈਫ ਦੇ ਵਿੱਚ ਵੀ ਤੇਰੇ ਕੰਮ ਆਉਣ, ਤੇਰੀ ਗਰੋਥ ਦੇ ਵਿੱਚ ਵੀ ਕੰਮ ਆਉਣ, ਤੇਰੀ ਫੈਮਿਲੀ 'ਚ ਵੀ ਕੰਮ ਆਉਣ, ਤੂੰ ਚੰਗਾ ਇਨਸਾਨ ਬਣੇ। जी ਤਾਂ ਇਸ ਤਰ੍ਹਾਂ ਦੀ ਮੇਰੀ ਕੋਸ਼ਿਸ਼ਾਂ ਹੁੰਦੀਆਂ ਸੀਗੀਆਂ। जब बचपन था तब मस्ती थी, बेशक ना मेरी हस्ती थी, पैसा शोहरत दोनों में फंस बैठा, हस्ती बनने के ਚੱਕਰ में मस्ती अपनी खो बैठा। ਹਰਪ੍ਰੀਤ ਜੀ ਨਾਲ ਕੁਝ ਅਜਿਹਾ ਹੋਇਆ ਕਿ ਜ਼ਿੰਦਗੀ ਦੇ ਵਿੱਚ ਕਦੇ ਅਹਿਸਾਸ ਹੋਇਆ ਵੀ ਮੈਂ ਇਸ ਦੀ ਬਜਾਏ ਬਹੁਤ ਕੁਝ ਛੱਡ ਬੈਠਿਆ ਵੀ ਇਸ ਗੇਮ ਦੇ ਚੱਕਰ ਦੇ ਵਿੱਚ? ਮੈਂ ਅਕਾਲ ਪੁਰਖ ਦਾ ਸ਼ੁਕਰ ਕਰਦਾ ਕਿ ਉਹਨੇ ਮੈਨੂੰ ਬਾਕਸਿੰਗ ਦਾ ਕੋਚ ਬਣਾਤਾ। ਮੇਰਾ ਮਤਲਬ ਕੋਈ ਹੌਬੀ ਨਹੀਂ ਰਹਿ ਗਈ ਸੀ। ਜਦੋਂ ਗੇਮ ਕਰਦੇ ਸੀ ਤਾਂ ਗੇਮ ਹੀ ਹੌਬੀ ਸੀਗੀ, ਜੇ ਕੋਚ ਬਣ ਗਿਆ ਤਾਂ ਕੰਮ ਹੀ ਹੌਬੀ ਸੀ। ਮੈਂ ਕੋਚ ਨੂੰ ਐਜ਼ ਏ ਪੈਸ਼ਨ ਲਿਆ ਹੈਗਾ। ਜੀ ਉਹ ਮੈਨੂੰ ਜੇ ਕੋਈ ਬੱਚਾ ਕੋਈ ਕਿਸੇ ਵੀ ਲੈਵਲ ਦਾ ਮਿਲ ਗਿਆ ਤੇ ਮੈਨੂੰ ਜਦੋਂ ਉਹਨੂੰ ਸਿਖਾ ਰਿਹਾ ਤੇ ਮੈਨੂੰ ਆਨੰਦ ਆ ਰਿਹਾ। ਜੀ ਤੇ ਇਸ ਵਾਸਤੇ ਮੈਨੂੰ ਕੋਈ ਸ਼ਿਕਵਾ ਨਹੀਂ ਕਿ ਮੈਂ ਆਹ ਡ੍ਰੀਮ ਨਹੀਂ ਪੂਰਾ ਕੀਤਾ, ਉਹ ਡ੍ਰੀਮ ਨਹੀਂ ਪੂਰਾ ਕੀਤਾ। ਮੈਂ ਕਹਿੰਦਾ ਕਿ ਰੱਬ ਜੇ ਮੈਨੂੰ ਨੈਕਸਟ ਜਨਮ ਵੀ ਦੇਵੇ ਤਾਂ ਮੈਂ ਕੋਚ ਹੀ ਬਣਨਾ ਚਾਹਾਂਗਾ। ਮੈਂ ਕੋਈ ਵੱਡਾ ਅਫਸਰ ਜਾਂ ਕੋਈ ਵੱਡਾ ਬਿਜ਼ਨਸਮੈਨ ਜਾਂ ਬਹੁਤ ਪੈਸੇ ਵਾਲਾ ਇਨਸਾਨ ਨਹੀਂ ਬਣਨਾ ਚਾਹੁੰਦਾ। ਮੈਨੂੰ ਬਾਕਸਿੰਗ ਕਰਵਾ ਕੇ ਜੋ ਸੈਟੀਸਫੈਕਸ਼ਨ ਮਿਲੀ ਆ ਜੀ। ਉਸ ਵਾਸਤੇ ਮੈਂ ਰੱਬ ਦਾ ਧੰਨਵਾਦ ਹਾਂ ਕਿ ਤੁਸੀਂ ਮੈਨੂੰ ਇਹੋ ਜਿਹਾ ਪ੍ਰੋਫੈਸ਼ਨ ਦਿੱਤਾ ਕਿ ਜਿਹਦੇ 'ਚ ਮੇਰੀ ਆਤਮਾ ਪ੍ਰਸੰਨ ਹੋ ਗਈ ਤੇ ਮੈਂ ਫੁੱਲੀ ਸੈਟੀਸਫਾਈ ਕਹਿ ਸਕਦਾ ਹਾਂ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ ਕਿ ਤੁਸੀਂ ਇੱਕ ਆਫ ਦਾ ਰਿਕਾਰਡ ਵੀ ਸਾਨੂੰ ਦੱਸਿਆ ਕਿ ਇੱਕ ਬੱਚਾ ਸੀ ਜਿਹੜਾ ਇੱਕ ਗਰਾਊਂਡ ਦੇ ਬਾਹਰ ਖੜ ਕੇ ਐਂ ਕਰਕੇ ਬੈਠਿਆ ਸੀ, ਉਹ ਵਾਲਾ ਮਤਲਬ ਕਿੱਸਾ ਜਿਹੜਾ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਬੜੇ ਹੀ ਇਸ ਤਰ੍ਹਾਂ ਦੀ ਛੋਟੀ-ਛੋਟੀਆਂ ਟੱਚਿੰਗ ਘਟਨਾਵਾਂ ਬੰਦੇ ਦੇ ਨਾਲ ਵਾਪਰਦੀਆਂ ਨੇ। ਕਈ ਵਾਰੀ ਉਸ ਟਾਈਮ ਸਾਨੂੰ ਉਹਨਾਂ ਗੱਲਾਂ ਦਾ ਅਹਿਸਾਸ ਨਹੀਂ ਹੁੰਦਾ, ਪਰ ਜੋ ਮੇਰਾ ਬੀਜ ਰੂਪ ਸੀਗਾ ਜੀ ਕਿ ਕਿਸੇ ਵੀ ਬੱਚੇ ਨੂੰ ਹਰਟ ਨਾ ਕਰੋ, ਜਸਟਿਸ ਦੀ ਗੱਲ ਕਰੋ, ਚਾਹੇ ਉਹ ਸਿਲੈਕਸ਼ਨ ਹੈ ਚਾਹੇ ਫਿਊਚਰ ਹੈ। ਜੀ ਉਹ ਗੱਲ ਮੈਂ ਭੁੱਲ ਚੁੱਕਿਆ ਸੀ। ਘੱਟੋ ਘੱਟ 20 ਸਾਲ ਮਗਰੋਂ ਮੇਰੀ ਰਿਟਾਇਰਮੈਂਟ ਤੋਂ ਬਾਅਦ ਇੱਕ ਹਫ਼ਤਾ ਤੇ ਮੇਰੇ ਸਟੂਡੈਂਟ ਨੇ ਮੈਨੂੰ ਗੱਲ ਸੁਣਾਈ। ਮੈਨੂੰ ਵੀ ਫੀਲ ਹੋਇਆ ਕਿ ਉਹ ਚੰਗਾ ਹੀ ਹੋਇਆ, ਜੀ ਕਿਉਂਕਿ ਜੋ ਕੁਝ ਤੁਸੀਂ ਬੀਜਦੇ ਹੋ ਨਾ ਉਹ ਤੁਹਾਨੂੰ ਕਿਸੇ ਨਾ ਕਿਸੇ ਟਾਈਮ ਤੁਹਾਡੇ ਦੁਬਾਰਾ ਸਾਹਮਣੇ ਆਉਂਦਾ ਹੈ। ਜੇ ਮੈਂ ਮਾੜਾ ਬੀਜਾਂਗਾ ਤਾਂ ਕੋਈ ਬਾਕਸਰ ਕੱਲ੍ਹ ਨੂੰ ਅਫਸਰ ਬਣ ਕੇ ਜਾਂ ਅਫਸਰ ਨਹੀਂ ਵੀ ਬਣਿਆ, ਭਾਵੇਂ ਰੇਹੜੀ ਵੀ ਲਾਉਂਦਾ ਹੋਊਗਾ, ਤਾਂ ਉਹ ਮੈਨੂੰ ਕਹੂਗਾ ਯਾਰ ਤੂੰ ਮੇਰੇ ਨਾਲ ਆਹ ਪਾਪ ਕੀਤਾ ਸੀਗਾ। ਜੀ ਤੇ ਜੇ ਮੈਂ ਚੰਗਾ ਕੀਤਾ ਤਾਂ ਉਹ ਚੰਗਾ ਵੀ ਮੇਰੇ ਸਾਹਮਣੇ ਆਊਗਾ। ਜੀ ਤਾਂ ਚਾਈਲਡ ਸਾਈਕੋਲੋਜੀ ਸਾਡੀ ਗੇਮ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਤਾਂ ਅਸੀਂ ਖੰਨੇ ਜਦੋਂ ਜੌਬ ਕਰਦੇ ਸੀਗੇ ਉੱਥੇ ਵਾਰਮ ਅਪ ਕਰਨਾ ਤਾਂ ਗੇਮ ਨਾਲ ਜ਼ਿਆਦਾ ਕਰਨਾ, ਕਿਉਂਕਿ ਜੀ। ਉਹ 'ਤੇ ਜ਼ੋਰ ਵੀ ਲੱਗ ਜਾਂਦਾ ਸੀ ਤੇ ਸਾਡੀ ਗੇਮ ਜਿਹੜੀ ਉਹ ਸਪੀਡ, ਐਂਡਿਓਰੈਂਸ ਸਭ ਕੁਝ ਮੰਗਦੀ ਆ। ਜੀ। ਤੇ ਬਾਸਕਟਬਾਲ ਨਾਲ ਦੀ ਕਾਫੀ ਰੈਲੇਵੈਂਸੀ ਹੈਗੀ। ਤੇ ਮੈਂ ਨਾਰਮਲ ਵਾਰਮ ਅਪ ਤੋਂ ਬੱਚੇ ਥੋੜਾ ਜਿਹਾ ਫੈਡ ਅਪ ਵੀ ਹੁੰਦੇ ਸੀ ਵੀ ਯਾਰ ਉਹੀ 4 ਚੱਕਰ, ਉਹੀ ਐਕਸਰਸਾਈਜ਼, ਉਹੀ ਕਿਟ ਬੈਕ ਕੁੱਟੋ। ਮਾਈਂਡ ਵੀ ਫਰੈਸ਼ ਚਾਹੀਦਾ, ਕੰਮ ਕਰਨ ਤੋਂ ਪਹਿਲਾਂ ਤੁਸੀਂ ਐਨ ਫੁੱਲ ਵਰਗੇ ਹੋ ਜਾਓ। ਤਾਂ ਹਰਪਾਲ ਸਿੰਘ ਉਸ ਟਾਈਮ ਬੀਜਿੰਗ ਤੋਂ ਮੈਡਲ ਲੈ ਕੇ ਆਇਆ ਸੀ, ਮੇਰਾ ਇੱਕ ਸਟੂਡੈਂਟ ਹੈ। ਜੀ ਤੇ ਕੋਈ 35 ਜਿਹੜੇ ਟ੍ਰੇਨਿੰਗ ਕਰ ਰਹੇ ਸੀ ਤੇ ਬਾਸਕਟਬਾਲ ਦੀ ਗੇਮ ਬੜੇ ਜ਼ੋਰ ਨਾਲ ਲੱਗ ਰਹੀ ਸੀ। ਮੈਂ ਆਪਣੀ ਛੋਟੀ ਜਿਹੀ ਦੱਸਦਾ, ਪਤਾ ਨਹੀਂ ਚੰਗੀ ਗੱਲ ਕਿ ਮਾੜੀ ਹੈ, ਜੇ ਮੈਂ ਵਾਲੀਬਾਲ ਵੀ ਖੇਡਣਾ ਚਾਹੁੰਦਾ ਤਾਂ ਮੈਂ ਹਾਰਨ ਵਾਸਤੇ ਨਹੀਂ ਖੇਡਦਾ, ਜੇ ਮੈਂ ਹੈਂਡਬਾਲ ਵੀ ਖੇਡਣੀ ਤਾਂ ਹਾਰਨ ਵਾਸਤੇ ਨਹੀਂ ਖੇਡਣੀ। ਜੀ ਜੇ ਰੀਕ੍ਰੀਏਸ਼ਨ ਗੇਮ ਵੀ ਲਾ ਰਹੇ ਹਾਂ, ਭਾਵੇਂ ਉਹਦਾ ਪਰਪਸ ਰੀਕ੍ਰੀਏਸ਼ਨ ਹੈ, ਪਰ ਮੈਂ ਜਿੱਤਣ ਵਾਸਤੇ ਖੇਡਣੀ ਹੈ ਤੇ ਜਸਟਿਸ ਉਹਦੇ 'ਚ 100% ਹੋਊਗਾ। ਇਹ ਨਹੀਂ ਕਿ ਮਤਲਬ ਆਪਣੇ ਸਟੂਡੈਂਟਸ ਨੂੰ ਦੱਬ ਦਿਓ ਜੀ ਵੀ ਨਹੀਂ ਯਾਰ ਬਾਲ ਬਾਹਰ ਡਿੱਗੀ ਤੇ ਨਹੀਂ ਜੀ ਅੰਦਰ ਡਿੱਗੀ ਹੈ, ਮੈਂ ਕਹਾਂ ਜੀ ਮੇਰਾ ਸਕੋਰ ਬਣ ਗਿਆ, ਫਿਰ ਉਹਨਾਂ ਦਾ ਕਰੈਕਟਰ ਕੀ ਬਣੂਗਾ ਜੇ ਮੇਰਾ ਹੀ ਕਰੈਕਟਰ ਨਹੀਂ ਹੋਊਗਾ ਤਾਂ, ਕਿਉਂਕਿ ਮੈਨੂੰ ਫੋਲੋ ਕਰਦੇ ਨੇ ਉਹ। ਤਾਂ ਉਹ ਮੁੰਡਾ ਜਿਹੜਾ ਭੱਟੀ ਸੀਗਾ ਉਹ ਕੁਝ ਦਿਨਾਂ ਤੋਂ ਦੇਖਣ ਵਾਸਤੇ ਆ ਰਿਹਾ ਸੀਗਾ ਤੇ ਉਦੋਂ ਗੇਮ ਪੂਰੇ ਜ਼ੋਰ ਨਾਲ ਲੱਗ ਰਹੀ ਸੀ ਤੇ ਉਹ
ਬਾਸਕਟਬਾਲ ਉਹਦੇ ਕੋਲ ਚਲੀ ਗਈ। ਉਹਨਾਂ ਨੂੰ ਬੜੀ ਜ਼ੋਰ ਦੀ ਲੱਤ ਮਾਰੀ ਤੇ ਉਹ ਇੱਕ ਕੰਡਿਆਂ ਵਾਲੀ ਤਾਰ ਤੇ ਜਾ ਕੇ ਵੱਜੀ, ਜੀ ਜਿਹੜੀ ਆਹ ਲੋਹੇ ਦੀ ਹੁੰਦੀ ਆ, ਤੇ ਉਹਦੀ ਪੈਂਚਰ ਹੋ ਗਿਆ, ਇੱਕਦਮ ਹੀ ਹਵਾ ਨਿਕਲ ਗਈ। ਜੀ ਤੇ ਉਹ ਬੱਚੇ ਨੂੰ ਡਰ ਸੀ ਕਿ ਵੀ ਬੜਾ ਸਖਤ ਟੀਚਰ ਆ ਤੇ ਇਹ ਹੁਣ ਮੇਰੇ ਥੱਪੜੇ ਮਾਰੂਗਾ, ਕਿਉਂਕਿ ਜਿਹੜੇ ਬਾਕਸਰ ਨੇ ਇਹਦੇ ਕੋਲ ਬੜੇ ਡਿਸਪਲਿਨ 'ਚ ਕੰਮ ਕਰਦੇ ਨੇ ਤੇ ਰੋਬ ਨਾਲ ਮਤਲਬ ਥੋੜ੍ਹਾ ਜਿਹਾ ਕੰਮ ਕਰਾਉਂਦਾ ਹੈ, ਮਤਲਬ ਡਿਸਪਲਿਨ ਰੱਖਦਾ। ਤੇ ਅੱਜ ਮੈਂ ਇਹਨਾਂ ਦਾ ਸਾਰਾ ਸਿਸਟਮ ਖਰਾਬ ਕਰਤਾ। ਜਦੋਂ ਉਸ ਤੋਂ ਇਹ ਹੋ ਗਿਆ ਤੇ ਗੇਮ ਤਾਂ ਰੁਕ ਜਾਣੀ ਸੀ, ਕੋਈ ਬਾਲ ਸੀ ਜੀ, ਤੇ ਮੈਂ ਉਹਨੂੰ ਆਵਾਜ਼ ਮਾਰੀ, ਮੈਨੂੰ ਤਾਂ ਨਾਂ ਨਹੀਂ ਸੀ ਪਤਾ ਤੇ ਬੇਹੱਦ ਡਰਿਆ ਸੀ ਬੱਚਾ ਵੀ ਮੇਰੇ ਹੁਣ ਥੱਪੜ ਪੈਣਗੇ ਨਾ। ਮੈਂ ਉਹਨੂੰ ਆਪਦੇ ਗੱਲ ਨਾਲ ਲਾ ਲਿਆ, 2 ਮਿੰਟ ਉਹਨੂੰ ਗੱਲ ਨਾਲ ਲਾਈ ਰੱਖਿਆ ਤੇ ਮੈਨੂੰ ਵੀ ਫੀਲ ਹੋਇਆ ਕਿ ਯਾਰ ਵੀ ਬੱਚਾ ਬੜਾ ਪਿਆਰਾ, ਵੀ ਇਨੋਸੈਂਟ ਵਿੱਚ ਗਲਤੀ ਹੋ ਗਈ। ਤਾਂ ਮੈਨੂੰ ਪੁੱਛਦਾ ਜੀ ਕੱਲ ਤੋਂ ਬਾਕਸਿੰਗ ਸ਼ੁਰੂ ਕਰ ਲਾਂ ਜੀ, ਹਾਂ ਤੂੰ ਆ ਜਾ ਤੇ ਤੈਨੂੰ ਕੁਝ ਵੀ ਲਿਆਉਣ ਦੀ ਲੋੜ ਜੀ। ਨਹੀਂ, ਬਸ ਇੱਕ ਆਹ ਨਿੱਕਰ ਬਰੈਂਡ ਪਾ ਕੇ ਆ ਜੀ। ਚਲੋ ਉਹਨੇ ਸਿੰਸੀਅਰਲੀ ਟ੍ਰੇਨਿੰਗ ਕੀਤੀ, ਨਾਰਮਲ ਬੱਚੇ ਵਾਂਗੂ ਟ੍ਰੇਨਿੰਗ ਕਰਾਈ। ਬਾਅਦ ਦੇ ਵਿੱਚ ਜਦੋਂ ਸੀਨੀਅਰ ਨੈਸ਼ਨਲ ਹੋਈ ਬਠਿੰਡੇ ਜੀ, ਉਹ ਸੀਨੀਅਰ ਨੈਸ਼ਨਲ ਚੈਂਪੀਅਨ ਬਣਿਆ। ਉੱਥੇ ਉਹਨੇ 2 ਓਲੰਪੀਅਨ ਹਰਾਏ ਜੀ, ਲਾਕੜਾ ਤੇ ਦਵਾਕਰ ਜੀ। ਉਹ ਕਰੰਟ ਪਰਫਾਰਮੈਂਸ ਸੀਗੇ। ਤਾਂ ਉਹ ਵਰਲਡ ਲੈਵਲ ਦਾ ਬਾਕਸਰ ਬਣਿਆ। ਜੇ ਉਹਨੂੰ ਉਦੋਂ ਥੱਪੜ ਮਾਰ ਦਿੰਦਾ, ਉਹਨੇ ਗਰਾਊਂਡਾਂ ਦੇ ਨੇੜੇ ਵੀ ਨਹੀਂ ਸੀ ਲੰਘਣਾ। ਤੇ ਇਸੇ ਤਰ੍ਹਾਂ ਹੀ ਜਿਹੜੀ ਅਸੀਂ ਕੋਚ ਹਾਂ, ਜਿਹੜੀ ਅਸੀਂ ਟੀਚਰ ਹਾਂ, ਜੇ ਛੋਟੀਆਂ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਬਹੁਤ ਕੁਝ ਇਸ ਸਮੁੰਦਰ ਦੇ ਵਿੱਚ ਪਿਆ ਹੋਇਆ। ਦੁਨੀਆ ਦੇ ਸਮੁੰਦਰ 'ਚ ਹੀਰੇ ਮੋਤੀ ਪਰਲ ਨੇ। ਜੇ ਤਾਂ ਟੀਚਰ ਉਹਨਾਂ ਨੂੰ ਲੱਭ ਕੇ ਲਿਆ ਕੇ ਤਰਾਸ਼ ਕੇ ਤੇ ਇੰਟਰਨੈਸ਼ਨਲ ਮਾਰਕੀਟ 'ਚ ਲੈ ਜਾਊਗਾ ਤਾਂ ਉਹਨਾਂ ਦੀ ਬਹੁਤ ਵੈਲਿਊਜ਼ ਹੈ। ਹਿੰਦੁਸਤਾਨ 'ਚ ਬਹੁਤ ਟੈਲੈਂਟ ਆ। ਤੇ ਜੇ ਅਸੀਂ ਕਿਸੇ ਪੁੰਗਰਨ ਵਾਲੇ ਫੁੱਲ ਨੂੰ ਥੱਪੜ ਨਾਲ ਮਸਲ ਦਿਆਂਗੇ ਤਾਂ ਹਿੰਦੁਸਤਾਨ ਦਾ ਵੀ ਨੁਕਸਾਨ ਹੈ, ਸਮਾਜ ਦਾ ਵੀ ਨੁਕਸਾਨ ਹੈ ਤੇ ਉਸ ਬੱਚੇ ਦਾ ਨੁਕਸਾਨ ਤੇ ਕੋਚ ਦਾ ਨੁਕਸਾਨ ਤਾਂ ਹੈਗਾ ਹੀ ਆ। ਬੜੇ ਬੱਚਿਆਂ ਨੂੰ ਇਸ ਤਰ੍ਹਾਂ ਮੋਟੀਵੇਟ ਕਰਕੇ ਤੁਰੇ ਜਾਂਦੇ ਨੂੰ, ਮਤਲਬ ਉਹਨੇ ਪੁੱਛਿਆ ਵੀ ਨਹੀਂ ਕਿ ਮੈਂ ਬਾਕਸਿੰਗ ਕਰਨੀ ਆ ਤੇ ਉਹ ਮੈਨੂੰ ਫਰੇਮ ਚੰਗਾ ਲੱਗਾ ਤੇ ਮੈਂ ਕਾਰ 'ਚ ਬਿਠਾ ਲਿਆ ਤੇ ਉਹ ਬਾਅਦ 'ਚ ਨੈਸ਼ਨਲ ਚੈਂਪੀਅਨ ਬਣਿਆ। ਤੇ ਮੇਰੀ ਬਸ ਇਹੀ ਹੁੰਦੀ ਹੈ ਕੋਸ਼ਿਸ਼ ਕਿ ਕਿਸੇ ਦੀ ਜ਼ਿੰਦਗੀ ਕਿਵੇਂ ਆਪਾਂ ਸਵਾਰ ਸਕਦੇ ਹਾਂ। ਜੀ, ਮੁੱਕੇਬਾਜ਼ ਫਿਲਮ ਤੇ ਵਨੀਤ ਦਾ ਮਿਲਣਾ, ਇਹ ਕਿੱਸਾ ਕੀ ਹੈ? ਹਾਂ, ਵਨੀਤ ਦੇ ਡਾਇਰੈਕਟਰ ਨੇ ਕਿਹਾ ਸੀ ਕਿ ਵੀ ਜੇ ਤੂੰ ਮੁੱਕਾਬਾਜ਼ ਪਿਕਚਰ 'ਚ ਐਜ਼ ਏ ਬਾਕਸਰ ਕੰਮ ਕਰਨਾ ਤਾਂ ਬਾਕਸਰ ਬਣ ਕੇ ਆ। ਉਹ ਨੈਸ਼ਨਲ ਲੈਵਲ ਦਾ ਪਲੇਅਰ ਸੀਗਾ ਬਾਸਕਟਬਾਲ ਦਾ। ਉਹ ਥਰੂ ਵਜਿੰਦਰ ਤੇ ਗੁਪਤਾ ਜੀ ਦੇ ਕੋਲ ਮੇਰੇ ਕੋਲ ਆਇਆ, ਕਿਉਂਕਿ ਵਜਿੰਦਰ ਨੇ ਜਾਂ ਗੁਪਤਾ ਜੀ ਨੇ ਕਿਹਾ ਕਿ ਜੇ ਤੂੰ ਬਾਕਸਿੰਗ ਸਿੱਖਣੀ ਆ ਤੇ ਉੱਥੇ ਚੱਲ ਜਾ ਜੀ। ਜਦੋਂ ਉਹ ਆਇਆ ਤਾਂ ਮੈਂ ਪੈਸੇ ਲਈ ਕੰਮ ਨਹੀਂ ਕੀਤਾ, ਕਦੀ ਵੀ ਨਹੀਂ ਕੀਤਾ। ਤੇ ਉਹ ਮੈਨੂੰ ਕਹਿੰਦਾ ਜੀ ਹਫਤੇ ਦੇ ਕਿੰਨੇ ਪੈਸੇ ਲਾਓਗੇ, ਮੈਨੂੰ ਬਾਕਸਿੰਗ ਦੀ ਬੇਸਿਕਸ ਸਿਖਾ ਦਿਓ, ਮੈਨੂੰ ਬਾਕਸਰ ਬਣਾ ਦਿਓ ਜੀ। ਮੈਂ ਉਹਦੀ ਗੱਲ ਨੂੰ ਪਹਿਲੀ ਵਾਰੀ ਨਹੀਂ ਸਮਝਿਆ। ਕਹਿੰਦਾ ਮੰਥਲੀ ਜਾਂ ਲਮਸਮ ਕਰ ਲਓ। ਮੈਂ ਕਿਹਾ ਜਿਸ ਬੰਦੇ ਨੇ ਤੈਨੂੰ ਭੇਜਿਆ ਉਹਨੂੰ ਦੁਬਾਰਾ ਫੋਨ ਕਰ ਤੇ ਫਿਰ ਤੈਨੂੰ ਕਲੈਰਿਟੀ ਹੋ ਜਾਏਗੀ। ਫਿਰ ਉਹਨੇ ਮੇਰੇ ਕੋਲ ਪੋਲੋ ਗਰਾਊਂਡ ਆਇਆ ਜੀ। ਉਹਨੂੰ ਜਦੋਂ ਵੀ ਵਿਚਕਾਰ ਟਾਈਮ ਮਿਲਦਾ ਸੀਗਾ ਤੇ ਉਹਨੂੰ ਬੇਸਿਕ ਤੇ ਦੂਜੀ ਬਾਕਸਿੰਗ ਸਿਖਾਈ ਤੇ ਬਹੁਤ ਇੰਪ੍ਰੈਸ ਹੋਇਆ ਉਹ ਜੀ। ਤੇ ਵਧੀਆ ਉਹਨੇ ਮੂਵੀ ਬਣਾਈ ਬਾਕਸਿੰਗ ਨੂੰ, ਕਾਫੀ ਹੱਲਾਸ਼ੇਰੀ ਮਿਲੀ ਉਸ ਮੂਵੀ ਤੋਂ। ਹਰਬੀ ਜੀ, ਜੇਕਰ ਗੱਲ ਕਰੀਏ ਆਪਾਂ ਨਾ ਤਾਂ ਜਦੋਂ ਕੋਈ ਬੰਦਾ ਮਕਾਨ ਕਿਰਾਏ ਤੇ ਲੈਂਦਾ ਹੈ, ਹਾਂਜੀ, ਜਦੋਂ ਕੋਈ ਵਧੀਆ ਮਕਾਨ ਬੰਦਾ ਲੈ ਲੈਂਦਾ ਮਕਾਨ ਕਿਰਾਏ ਤੇ, ਤਾਂ ਉਹ ਵਧੀਆ ਸਫਾਈ ਰੱਖਦਾ। ਉਸ ਜਦੋਂ ਚਲਾ ਜਾਂਦਾ ਉਸ ਤੋਂ ਬਾਅਦ ਫਿਰ ਉਸ ਮਕਾਨ ਦਾ ਉਹੀ ਹਾਲ ਹੁੰਦਾ। ਜਿਸ ਤਰ੍ਹਾਂ ਤੁਸੀਂ ਬਹੁਤ ਲੰਬਾ ਸਮਾਂ ਇਸ ਦੇ ਨਾਲ ਜੁੜੇ ਹੋਏ ਸੀਗੇ, NIS ਦੇ ਵਿੱਚ ਕੀਤਾ ਜਾਂ ਮਹਿੰਦਰਾ ਕਾਲਜ ਜਾਂ ਮਲਟੀਪ ਦੀ ਗੱਲ ਕਰੀਏ, ਤੁਸੀਂ ਸਕੂਲਾਂ ਦੇ ਵਿੱਚ ਚੰਗੀ ਕੋਚਿੰਗ ਦਿੱਤੀ। ਕੀ ਅੱਜ ਵੀ ਸਕੂਲਾਂ ਦਾ ਮਿਆਰ ਉੱਥੇ ਹੀ ਹੈ, ਬਹੁਤ ਚੰਗੀ ਤਰ੍ਹਾਂ ਉੱਥੇ ਸਿਖਲਾਈ ਦਿੱਤੀ ਜਾ ਰਹੀ ਹੈ, ਜਾਂ ਦੁਬਾਰਾ ਉੱਥੇ ਉਹ ਸਟੈਂਡ ਕਰ ਰਹੇ ਨੇ? ਦੇਖੋ, ਜਿਹੜਾ ਵੈਲਿਊ ਹੈ ਉਹ ਉਹਨਾਂ ਮਾਇਨਾ ਨਹੀਂ ਰੱਖਦਾ। ਜਿਹੜੀ ਤੁਹਾਡੀ ਡੈਡੀਕੇਸ਼ਨ ਤੇ ਤੁਹਾਡੇ ਸਟੂਡੈਂਟਸ ਦੀ ਕਮਿਟਮੈਂਟ ਜਿਹੜੀ ਹੈ, ਇਹ ਦੋ ਚੀਜ਼ਾਂ ਰਿਜ਼ਲਟ ਪ੍ਰੋਡਿਊਸ ਕਰਦੀਆਂ ਨੇ ਜੀ। ਮੈਂ ਇੰਡੀਆ ਟੀਮ ਦੇ ਨਾਲ ਕੋਚ ਸੀਗਾ। ਮੈਂ ਮਹਿੰਦਰਾ ਕਾਲਜ ਸੈਂਟਰ ਬਣਾਇਆ, ਮਤਲਬ ਇੰਡੀਆ ਟੀਮ ਦਾ ਕੋਚ ਜਿਹੜਾ ਮੈਂ ਆਪ ਕੋਚਿੰਗ ਛੱਡੀ ਇੰਡੀਆ ਟੀਮ ਦੀ। ਮੈਂ ਕਿਹਾ ਸੀ ਵੀ ਮੇਰੇ ਪਰਸਨਲ ਬੱਚੇ ਜਿਹੜੇ ਨੇ ਉਹਨਾਂ ਦੀ ਪਰਫਾਰਮੈਂਸ ਡਾਊਨ ਜਾ ਰਹੀ ਹੈ ਤੇ ਮੈਨੂੰ ਉਹਨਾਂ ਵੱਲ ਧਿਆਨ ਦੇਣਾ। ਮੈਂ ਇੰਡੀਆ ਟੀਮ ਤੋਂ ਮਹਿੰਦਰਾ ਕਾਲਜ 'ਚ ਆਇਆ। ਮਹਿੰਦਰਾ ਕਾਲਜ 1 ਸਾਲ ਲਾਇਆ ਤੇ ਮੈਂ ਕਿਹਾ ਵੀ ਮੈਨੂੰ ਛੋਟੇ ਬੱਚਿਆਂ ਦੀ ਲੋੜ ਹੈ ਜਿਹਨਾਂ ਨੂੰ ਮੈਂ 5-7 ਸਾਲ ਸਿਖਾ ਕੇ ਕਿਸੇ ਲੈਵਲ 'ਤੇ ਲਿਜਾ ਸਕਾਂ। ਤਾਂ ਇੰਡੀਆ ਟੀਮ ਤੋਂ ਮਹਿੰਦਰਾ ਕਾਲਜ ਤਸੱਲੀ ਨਹੀਂ ਹੋਈ ਤਾਂ ਮੈਂ ਮਲਟੀਪਰਪਜ਼ ਸਕੂਲ 'ਚ ਆ ਗਿਆ ਜੀ। ਤੇ ਮਲਟੀਪਰਪਜ਼ ਸਕੂਲ ਤੋਂ ਬਾਅਦ ਹੁਣ ਮੇਰੀ ਰੁਝਾਨ ਜਿਹੜਾ ਹੈ ਪਿੰਡ ਦੇ ਪ੍ਰਾਇਮਰੀ ਸਕੂਲ ਵੱਲ ਹੈ, ਜਿਹੜਾ ਕਿ ਹਸਨਪੁਰ ਹੈ। ਤਾਂ ਮੇਰੀ ਇਹ ਤਮੰਨਾ ਨਹੀਂ ਹੋਈ ਕਿ ਮੈਂ ਬਹੁਤ ਹਾਈ ਫਾਈ ਰਵਾਂ, ਵੱਡੇ ਲੈਵਲ 'ਤੇ ਰਵਾਂ, ਆਹ ਕਰਾਂ। ਮੈਂ ਕਹਿੰਦਾ ਵੀ ਜਿੰਨਾ ਹੀ ਤੁਸੀਂ
ਗਰਾਊਂਡ ਨਾਲ ਜੁੜੋਗੇ ਤੁਹਾਨੂੰ ਆਨੰਦ ਆਏਗਾ। ਜੀ ਤੇ ਮੈਂ ਲਗਭਗ 18 ਸਾਲ ਮਲਟੀਪਰਪਜ਼ ਰਿਹਾ ਜੀ। ਜੀ ਤੇ ਸਨ 14 ਦੇ ਵਿੱਚ ਜਦੋਂ ਮੈਂ ਉੱਥੇ ਕੋਚਿੰਗ ਛੱਡੀ ਆ ਤਾਂ 14 ਹੀ ਬੱਚੇ ਇੰਡੀਆ ਕੈਂਪ ਵਿੱਚ ਸੀਗੇ। ਤੇ ਸਾਡੇ ਇੰਡੀਆ ਕੈਂਪ 'ਚ ਬੱਚਾ ਸਿਰਫ ਉਹ ਹੁੰਦਾ ਜਿਹਦੇ ਕੋਲ ਇੰਡੀਆ ਦਾ ਮੈਡਲ ਹੁੰਦਾ। ਉਹ ਬੱਚੇ ਜਿਹੜੇ ਸੀ ਕੁੜੀਆਂ ਮੁੰਡੇ ਜੂਨੀਅਰ ਸਬ ਜੂਨੀਅਰ ਸੀਨੀਅਰ ਮਿਲਾ ਕੇ 14 ਬੱਚੇ ਇੰਡੀਆ ਕੈਂਪ ਦੇ ਵਿੱਚ ਸੀਗੇ। ਜੀ। ਉਸ ਤੋਂ ਬਾਅਦ ਮੈਂ ਪੋਲੋ 'ਚ ਆ ਗਿਆ। ਇੱਥੇ ਨਵਾਂ ਇਨਫਰਾਸਟ੍ਰਕਚਰ ਬਹੁਤ ਵਧੀਆ ਬਣਾਇਆ। ਜੀ ਬਾਕਸਰਾਂ ਨੂੰ ਛੱਤ ਮਿਲ ਗਈ ਇੱਥੇ। ਜੀ ਤੇ ਉਹਦੇ 'ਚ ਓਬਰਾਏ ਸਾਹਿਬ ਦੀ ਕੰਟਰੀਬਿਊਸ਼ਨ ਵੀ ਆ। ਉਹਨਾਂ ਨੇ ਮੈਨੂੰ ਲੰਮਾ ਸਮਾਂ ਸਾਰੇ ਬਾਕਸਰਾਂ ਵਾਸਤੇ ਦੁੱਧ ਪ੍ਰੋਡਿਊਸ ਕੀਤਾ। ਜੀ ਤੇ ਜੇ ਮੈਂ ਸਟਰਕਚਰ ਬਣਾਇਆ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਮਦਦ ਕੀਤੀ। ਤੇ ਜੇ ਕੋਈ ਫੋਰਨ ਦਾ ਕੋਚ ਮੇਰੇ ਕੋਲ 2006 ਤੋਂ ਲੈ ਕੇ 14 ਤੱਕ ਆਉਂਦਾ ਰਿਹਾ, ਜੀ ਉਹਦੇ ਵਿੱਚ ਵੀ ਉਹਦਾ ਖਰਚਾ ਉੱਠਦੇ ਸੀਗੇ। ਤੇ ਸਭ ਤੋਂ ਪਹਿਲਾਂ ਵੈਸੇ ਜਿਹੜਾ ਫੋਰਨ ਦਾ ਕੋਚ ਮੇਰੇ ਕੋਲ ਫੈਬਰੀਜ਼ੀਓ ਪਤਰੀਨੋ ਇਟਲੀ ਤੋਂ ਆਇਆ ਸੀਗਾ, ਜੀ ਉਹਨੂੰ ਸਰਦਾਰ ਪ੍ਰਗਟ ਸਿੰਘ ਦੀ ਮਦਦ ਨਾਲ ਹੀ ਲਿਆਂਦਾ ਗਿਆ ਸੀਗਾ। ਜੀ। ਤੇ ਸਰਦਾਰ ਪ੍ਰਗਟ ਸਿੰਘ ਉਦੋਂ ਸਾਡੇ ਡਾਇਰੈਕਟਰ ਸੀਗੇ, ਬਹੁਤ ਵਧੀਆ ਪ੍ਰਮੋਟਰ ਸੀ ਸਪੋਰਟਸ ਦੇ, ਉਹ ਸਾਰੀ ਗੱਲ ਨੂੰ ਸਮਝਦੇ ਸੀਗੇ ਜੀ। ਵੀ ਕਿਸ ਚੀਜ਼ ਦੀ ਲੋੜ ਹੈ। ਸੋ ਬਿਗਨਿੰਗ ਜਿਹੜੀ ਫੋਰਨ ਕੋਚ ਦੀ ਹੋਈ ਸੀਗੀ ਉਹਦੇ ਵਿੱਚ ਸਰਦਾਰ ਪ੍ਰਗਟ ਸਿੰਘ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ। ਜੀ ਮੈਂ ਇੱਕ ਕਿੱਸਾ ਇਹ ਵੀ ਸੁਣਿਆ ਕਿ ਅਕਸਰ ਜਿਹੜੇ ਹੈਗੇ ਨੇ ਆਪਣੇ ਬੱਚਿਆਂ ਨੂੰ ਖਿਡਾਰੀ ਜਿਹੜੇ ਨੇ ਪ੍ਰਮੋਟ ਕਰਦੇ ਨੇ, ਤੇ ਇੱਕ ਕਿੱਸਾ ਮੈਂ ਸੁਣਿਆ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤੁਸੀਂ ਆਪਣੇ ਬੱਚੇ ਦੇ ਕਿਸੇ ਕੰਪੀਟੀਸ਼ਨ ਦੇ ਵਿੱਚ ਉਹ ਨਹੀਂ ਹਰਾਤਾ ਸੀਗਾ। ਉਹ ਐਡੀ ਕਰਮ ਵਾਲੀ ਧਰਤੀ ਹੈ ਜੀ। ਨਮਸਕਾਰ। ਮੈਂ ਜਦੋਂ ਖੰਨਿਓ 10 ਸਾਲ ਅਪ ਡਾਊਨ ਕਰਦਾ ਰਿਹਾ ਤੇ ਮੈਂ ਜਿਹੜਾ ਫਲੋਟਿੰਗ ਰੈਸਟੋਰੈਂਟ ਤੋਂ ਲੰਘਦਾ ਹੁੰਦਾ ਸੀਗਾ, ਜੀ ਤੇ ਜਦੋਂ ਮੈਂ ਕੋਚਿੰਗ ਖਤਮ ਕਰਕੇ ਲੰਘਦਾ ਹੁੰਦਾ ਸੀ ਤਾਂ ਉੱਥੋਂ ਬੱਤੀਆਂ ਦਿਸਦੀਆਂ ਸੀ ਗੁਰੂ ਘਰ ਦੀਆਂ। ਜੀ ਤੇ ਉਸ ਜ਼ਰੇ ਨੂੰ ਨਮਸਕਾਰ ਕਰੀਦੀ ਆ। ਤੇ ਜਦੋਂ ਫਤਿਹਗੜ੍ਹ ਸਾਹਿਬ ਕੰਪੀਟੀਸ਼ਨ ਹੋ ਰਿਹਾ ਸੀਗਾ, ਮੇਰਾ ਬੇਟਾ ਹੀ ਲੜ ਰਿਹਾ ਸੀਗਾ। ਜੀ ਤੇ ਕਿਉਂਕਿ ਮੇਰਾ ਬਾਕਸਿੰਗ ਪ੍ਰੋਫੈਸ਼ਨ ਹੈ, ਮੇਰੇ ਪ੍ਰੋਫੈਸ਼ਨ ਦੇ ਬੰਦੇ ਜਿਊਰੀ 'ਚ ਜੱਜਿੰਗ ਤੇ ਸਾਰੇ ਬੈਠੇ ਸੀਗੇ। ਤੋ ਬਾਊਟ ਬੜੀ ਟਫ ਸੀ, ਹਰਿਆਣੇ ਨਾਲ ਬਾਊਟ ਸੀਗੀ, ਉਹਦੀ ਗ੍ਰੇਡੇਸ਼ਨ ਸੀ ਉਸ ਕੰਪੀਟੀਸ਼ਨ ਦੀ ਬਕਾਇਦਾ। ਤੇ ਜਦੋਂ 10-15 ਸਕਿੰਟ ਰਹਿੰਦੇ ਸੀ ਤੇ ਬਾਊਟ ਬੜੀ ਕਲੋਜ਼ ਸੀ, ਪਰ ਮੇਰੀ ਜੱਜਮੈਂਟ ਮੁਤਾਬਕ ਮੇਰਾ ਬੱਚਾ 1 ਜਾਂ 2 ਸਕੋਰ ਤੇ ਹਾਰ ਰਿਹਾ ਸੀਗਾ। ਜੀ ਤੇ ਮੈਂ 10 ਸਕਿੰਟ ਪਹਿਲਾਂ ਪੌੜੀਆਂ 'ਤੇ ਚੜ੍ਹ ਕੇ ਆਪਦੇ ਬੱਚੇ ਨੂੰ ਆਪ ਹਰਾਇਆ ਸੀਗਾ। ਜੀ ਵੀ ਹੋ ਸਕਦਾ ਇੱਕ ਬਾਕਸਿੰਗ ਕੋਚ ਹੋਣ ਦੇ ਨਾਤੇ ਮੈਨੂੰ ਉਹ ਫੇਵਰ ਦੇ ਦਿੱਤੀ ਜਾਵੇ। ਜੀ ਤੇ ਮੈਨੂੰ ਉਸ ਗੱਲ ਦੀ ਉਸ ਤੋਂ ਵੱਡੀ ਖੁਸ਼ੀ ਇਹ ਹੋਈ ਕਿ ਜਦੋਂ ਮੇਰਾ ਬੱਚਾ ਰਿੰਗ ਤੋਂ ਉਤਰਿਆ ਤੇ ਉਹ ਪੂਰਾ ਗੁਰਸਿੱਖ ਹੈ, ਉਹਨੇ ਮੈਨੂੰ ਜੱਫੀ ਪਾ ਲਈ, ਕਹਿੰਦਾ ਪਾਪਾ ਆਹ ਤੁਸੀਂ ਬਹੁਤ ਚੰਗਾ ਕੰਮ ਕੀਤਾ। ਤੇ ਗਰਾਊਂਡ 'ਚ ਜਦੋਂ ਟ੍ਰੇਨਿੰਗ ਕਰਾਉਂਦੇ ਸੀਗੇ, ਮੈਂ ਆਪਣੀ ਪੂਰੀ ਲਾਈਫ 'ਚ ਬੱਚੇ ਨੂੰ ਕਦੀ ਦੂਜੇ ਬੱਚੇ ਨਾਲ ਵੱਖ ਟ੍ਰੇਨਿੰਗ ਨਹੀਂ ਕਰਾਈ, ਜੀ। ਕਦੀ ਪੈਡ ਜਾਂ ਟੈਕਨੀਕ ਨਹੀਂ ਦੱਸੀ। ਠੀਕ ਤੇ ਉਹ ਇੱਕ ਨਾਰਮਲ ਬੱਚੇ ਵਾਂਗੂ ਟ੍ਰੇਨਿੰਗ ਕਰਦਾ ਸੀਗਾ। ਤੇ ਮੈਂ ਕੋਈ ਇਮੋਸ਼ਨਲ ਹੋ ਕੇ ਉਹ ਫੈਸਲਾ ਨਹੀਂ ਸੀ ਕੀਤਾ। ਅੱਜ ਵੀ ਮੈਂ ਦੱਸ ਕੇ ਬਹੁਤੀ ਗੁੱਡਵਿਲ ਨਹੀਂ ਲੈਣਾ ਚਾਹੁੰਦਾ, ਜੀ। ਪਰ ਮੈਨੂੰ ਮੇਰੇ ਨਾਲ ਦੇ ਜ਼ਰੂਰ ਗੁੱਸੇ ਹੋਏ ਸੀਗੇ ਵੀ ਗੋਲਡ ਹੀ ਹੁੰਦਾ, ਸਿਲਵਰ ਹੀ ਹੁੰਦਾ। ਮੈਂ ਕਿਹਾ ਵੀ ਮੇਰੀ ਜੋ ਆਤਮਾ ਮੰਨਦੀ ਸੀ ਉਹ ਮੈਂ ਕਰਤਾ, ਤੇ ਮੈਨੂੰ ਨਾ ਆਉਣ ਵਾਲੇ ਟਾਈਮ 'ਚ ਕਦੀ ਕੋਈ ਸ਼ਿਕਵਾ ਰਹੂਗਾ, ਨਾ ਮੈਨੂੰ ਕੋਈ ਹੁਣ ਸ਼ਿਕਵਾ ਹੈਗਾ। ਤੇ ਬਸ ਉਹ ਜ਼ਰੂਰ ਘਟਨਾ ਵਾਪਰੀ ਸੀ। ਆਪਾਂ ਦੋ ਪੱਖਾਂ ਦੀ ਗੱਲ ਕਰੀਏ, ਸਰਕਾਰਾਂ ਤੇ ਸੰਸਥਾਵਾਂ। ਤੁਹਾਨੂੰ ਸਰਕਾਰਾਂ ਨੇ ਜ਼ਿਆਦਾ ਸਾਥ ਦਿੱਤਾ ਕਿ ਸੰਸਥਾਵਾਂ ਨੇ ਜ਼ਿਆਦਾ ਸਾਥ ਦਿੱਤਾ? ਦੇਖੋ, ਬਗੈਰ ਸਾਥ ਤੋਂ ਤਾਂ ਕੋਈ ਵੀ ਪ੍ਰਾਪਤੀ ਨਹੀਂ ਹੋ ਸਕਦੀ। ਇੱਕ ਟੀਮ ਵਰਕ ਹੁੰਦੀ ਹੈ। ਜੀ ਸਮੇਂ-ਸਮੇਂ ਤੇ ਮੈਨੂੰ ਡਿਪਾਰਟਮੈਂਟ ਵੱਲੋਂ ਇਕਵਿਪਮੈਂਟ ਦੀ ਕੋਈ ਕਮੀ ਨਹੀਂ ਆਈ, ਕਿਉਂਕਿ ਜਿੰਨੇ ਵੀ ਮੇਰੇ ਬੌਸ ਆਏ ਨਾ, ਚਾਹੇ ਉਹ DSO ਆਏ ਚਾਹੇ ਡਾਇਰੈਕਟਰ ਆਏ, ਉਹ ਮੇਰੇ ਤੇ ਬੜੇ ਮਿਹਰਬਾਨ ਰਹੇ। ਜਦੋਂ ਉਹ ਮੇਰਾ ਕੰਮ ਦੇ ਰਿਜ਼ਲਟ ਸੁਣਦੇ ਸੀ ਤਾਂ ਉਹ ਕਹਿੰਦੇ ਸੀ ਵੀ ਇਹਦੇ ਕੋਲ ਜੋ ਕੁਛ ਹੈਗਾ ਇਹਨੂੰ ਹੋਰ ਦਿਓ। ਤੇ ਐਸੋਸੀਏਸ਼ਨਾਂ ਦੀ ਵੀ ਬੜੀ ਮਦਦ ਰਹੀ, ਪਰ ਸੰਪੂਰਨ ਨਹੀਂ ਕੋਈ ਗੱਲ ਹੁੰਦੀ, ਕਿਤੇ ਨਾ ਕਿਤੇ ਕੋਈ ਗਲਤੀਆਂ ਥੋੜ੍ਹੀ ਬਹੁਤੀ ਰਹਿ ਜਾਂਦੀਆਂ ਨੇ। ਉਹ ਪਾਰਟ ਆਫ ਲਾਈਫ ਹੈ। ਉਹ ਗਲਤੀਆਂ ਕਿਸੇ ਤੋਂ ਵੀ ਹੋ ਸਕਦੀਆਂ ਨੇ, ਮੇਰੇ ਤੋਂ ਵੀ ਹੋ ਸਕਦੀਆਂ ਨੇ, ਐਸੋਸੀਏਸ਼ਨ ਤੋਂ ਵੀ ਹੋ ਸਕਦੀਆਂ ਨੇ, ਡਿਪਾਰਟਮੈਂਟ ਤੋਂ ਵੀ ਹੋ ਸਕਦੀਆਂ ਨੇ। ਉਹ ਜ਼ਿੰਦਗੀ ਦਾ ਇੱਕ ਹਿੱਸਾ, ਉਹ ਚੱਲਦਾ ਰਹਿੰਦਾ। ਪਰ ਸਭ ਵੱਲੋਂ ਮੈਨੂੰ ਤਕਰੀਬਨ ਸਾਥ ਮਿਲਿਆ। ਜੀ ਕੁਛ ਤੁਹਾਨੂੰ ਨਾਲ ਲੱਗਦਾ ਕਿ ਪਹਿਲਾਂ ਦਾ ਜਿਹੜਾ ਮਿਆਰ ਸੀ ਖੇਡਾਂ ਦਾ, ਉਹ ਹੁਣ ਵੀ ਬਰਕਰਾਰ ਹੈ? ਦੇਖੋ, 30-40 ਸਾਲ ਪਹਿਲਾਂ ਪੰਜਾਬ ਦੀ ਹਿੰਦੁਸਤਾਨ ਦੇ ਵਿੱਚ ਨੰਬਰ 1 2 ਮੈਕਸੀਮਮ 3 ਤੇ ਅਸੀਂ ਆਉਂਦੇ ਹੁੰਦੇ ਸੀਗੇ। ਜੀ ਹੁਣ ਅਸੀਂ ਜਿਹੜੀਆਂ ਖੇਲੋ ਇੰਡੀਆ ਗੇਮਸ ਹੋਈਆਂ ਨੇ, ਜੀ ਉਹਦੇ ਵਿੱਚ ਅਸੀਂ 10ਵੇਂ ਨੰਬਰ ਤੇ ਆਏ ਹਾਂ। ਜੀ ਹੁਣ ਕਹੋਗੇ ਵੀ ਪਹਿਲੇ ਤਿੰਨਾਂ ਤੋਂ ਅਸੀਂ 10ਵੇਂ ਤੇ ਕਿਵੇਂ ਆ ਗਏ? ਜੀ ਇਹਦੇ ਵਿੱਚ ਮਿਆਰ ਡਿੱਗਣ ਦਾ ਵੱਡਾ ਕਾਰਨ ਇਹ ਹੈ ਜੀ ਕਿ ਜਿਹੜਾ ਸਾਡਾ ਯੂਥ ਹੈ, ਸਭ ਤੋਂ ਵੱਡਾ ਕਾਰਨ ਹੈ ਕਿ ਉਹ ਆਈਲੈਟ ਦਾ ਰੁਝਾਨ ਵੱਧ ਗਿਆ। ਜੀ ਤੇ ਜਿਹੜਾ ਯੂਥ ਹੈ ਉਹ 9ਵੀਂ 10ਵੀਂ 11ਵੀਂ ਕਲਾਸ ਤੋਂ ਹੀ ਇਹ ਤਿਆਰੀ ਕਰ ਰਿਹਾ ਕਿ 12ਵੀਂ ਦੇ ਐਗਜ਼ਾਮ ਦੇ ਕੇ ਮੈਂ ਆਈਲੈਟ ਕਰਕੇ ਬਾਹਰ ਤੁਰ ਜਾਣਾ। ਉਹੀ ਟਾਈਮ ਉਹਦਾ ਸਪੋਰਟਸ ਕਰਨ ਦਾ। ਜੀ ਤੇ ਨੰਬਰ ਆਫ ਯੰਗਸਟਰ ਜਿਹੜਾ ਹੈਗਾ ਉਹ ਆਈਲੈਟ ਦੇ ਚੱਕਰ 'ਚ ਪੈ ਗਏ। ਇੱਕ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ। ਜੀ ਜਦੋਂ ਅੱਜ ਤੋਂ 30-40 ਸਾਲ ਪਹਿਲਾਂ ਸਪੋਰਟਸ ਸਕੂਲ ਜਲੰਧਰ, ਜੀ ਸਪੋਰਟਸ ਕਾਲਜ ਜਲੰਧਰ ਐਡਮਿਸ਼ਨ ਲੈਣ ਵਾਸਤੇ ਪੇਰੈਂਟਸ ਤੇ ਬੱਚੇ ਬਹੁਤ
ਐਫਰਟਸ ਕਰਦੇ ਸੀਗੇ ਜੀ ਤੇ ਜਿਹੜਾ ਬੱਚਾ ਉਹਨਾਂ ਥਾਵਾਂ ਤੇ ਚੱਲ ਜਾਂਦਾ ਸੀ ਉਹਦੀ ਇੰਡੀਆ ਵੀ ਲੱਗ ਜਾਂਦਾ ਸੀਗਾ, ਜੀ ਉਹਨੂੰ ਨੌਕਰੀ ਵੀ ਮਿਲ ਜਾਂਦੀ ਸੀ, ਉਹਨੂੰ ਫੇਮ ਵੀ ਮਿਲ ਜਾਂਦੀ ਸੀਗੀ। ਜੀ ਫਿਰ ਹੁਣ ਵਾਲੇ ਬੱਚੇ ਇਹ ਸੋਚਦੇ ਆ ਵੀ ਮਨੀ ਮਾਈਂਡਡ ਹੋ ਗਏ ਥੋੜ੍ਹੇ ਜ਼ਿਆਦਾ, ਜੀ। ਵੀ ਜੇ ਕਾਂਸਟੇਬਲ ਦੀ ਜੌਬ ਮਿਲ ਗਈ ਹੈ ਜਾਂ ਕੋਈ ਹੋਰ ਜੌਬ ਮਿਲ ਗਈ ਆ ਤਾਂ ਉਹਦੇ ਨਾਲੋਂ ਜੇ ਮੈਂ ਅਬਰੋਡ ਚੱਲ ਜਾਣਾ ਜੀ ਉੱਥੇ ਬਹੁਤ ਜ਼ਿਆਦਾ ਪੈਸੇ ਨੇ, ਉਹ ਪੈਸੇ ਦੇ ਲਾਲਚ ਨੂੰ ਚਲਾ ਗਿਆ। ਜੀ ਤੇ ਉਦੋਂ ਉਹਦਾ ਲਾਲਚ ਸੀਗਾ ਫੇਮ, ਨੌਕਰੀ ਤੇ ਉਹ ਸਭ ਕੁਝ ਉਹਨੂੰ ਇੱਥੋਂ ਮਿਲ ਰਿਹਾ ਸੀਗਾ। ਜੀ ਉਹ ਹਮੇਸ਼ਾ ਇੱਕ ਸਟੈਪ ਐਡਵਾਂਸ ਸੋਚ ਰਿਹਾ ਹੁੰਦਾ। ਜਿਹੜਾ ਪੰਜਾਬ ਦਾ ਬੱਚਾ ਜਾਂ ਪੇਰੈਂਟਸ ਨੇ ਜਾਂ ਲੋਕ ਨੇ 30-40 ਸਾਲ ਪਹਿਲਾਂ ਉਹਨੂੰ ਉਹ ਬੈਟਰ ਲੱਗਦਾ ਸੀ, ਅੱਜ ਉਹਨਾਂ ਨੂੰ ਇਹ ਬੈਟਰ ਲੱਗਦਾ ਪਿਆ। ਜੀ ਜਿਹੜਾ ਪ੍ਰੈਜ਼ੈਂਟ ਸਟੈਂਡਰਡ ਡਾਊਨ ਹੋਇਆ ਇਹਦੇ ਵਿੱਚ ਇਸ ਗੱਲ ਦਾ ਮੁੱਖ ਕਾਰਨ ਹੈ। ਜੀ ਅਸੀਂ ਤੁਹਾਡੇ ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ, ਤੁਹਾਡੇ ਸਾਰੇ ਸਫ਼ਰ ਦੇ ਦੌਰਾਨ ਤੁਸੀਂ ਕਿੰਨੀਆਂ ਕੁ ਥਾਵਾਂ ਤੇ, ਜੇਕਰ ਬਾਹਰਲੇ ਮੁਲਕਾਂ ਦੀ ਵੀ ਗੱਲ ਕਰੀਏ, ਕਿਹੜੇ ਮੁਲਕਾਂ ਦੇ ਵਿੱਚ ਦੌਰ ਰਿਹਾ, ਕਿੰਨੇ ਕੁ ਸਫ਼ਰ ਦੇ ਵਿੱਚ ਕਠਿਨਾਈਆਂ ਆਈਆਂ, ਕਿੰਨਾ ਕੁ ਆਸਾਨ ਰਿਹਾ, ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ। ਮੈਂ ਐਜ਼ ਏ ਪਲੇਅਰ ਕੋਈ ਬਹੁਤ ਤਕੜਾ ਪਲੇਅਰ ਨਹੀਂ ਰਿਹਾ। ਮੈਂ ਸੀਨੀਅਰ ਨੈਸ਼ਨਲ ਕਹਿ ਲਓ, ਚਾਹੇ ਪ੍ਰੀ ਏਸ਼ੀਅਨ ਗੇਮ ਦਿੱਲੀ UAC 82 ਉਹ ਖੇਡਿਆ, ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਿਆ ਜੀ ਤੇ ਨੈਸ਼ਨਲ ਲੈਵਲ ਦਾ ਪਲੇਅਰ ਰਿਹਾ ਮੈਂ। ਤੇ ਤਮੰਨਾ ਇਹ ਸੀ ਵੀ ਜੋ ਮੈਂ ਨਹੀਂ ਬਣ ਸਕਿਆ ਮੇਰੇ ਸਟੂਡੈਂਟਸ ਉਹ ਬਣਨ। ਤੇ ਉਸ ਤੋਂ ਬਾਅਦ ਫਿਰ ਐਜ਼ ਏ ਕੋਚ ਮੇਰੇ ਰਿਜ਼ਲਟ ਬਹੁਤ ਚੰਗੇ ਸੀਗੇ, ਜੀ ਜਿਸ ਕਰਕੇ ਉਦੋਂ ਚੀਫ ਕੋਚ ਸੰਧੂ ਸਾਹਿਬ ਸੀਗੇ। ਜਦੋਂ ਮੇਰੇ 6-7 ਪਲੇਅਰ ਇੰਡੀਆ ਸੀਨੀਅਰ ਟੀਮ 'ਚ ਸੀਗੇ ਜੀ ਤੇ ਉਦੋਂ 40 ਕੁ ਬੱਚੇ ਇੰਡੀਆ ਟੀਮ 'ਚ ਲਿਆ ਕਰਦੇ ਸੀਗੇ ਤੇ ਉਹਨਾਂ ਨੇ ਮੈਨੂੰ ਇੰਡੀਆ ਟੀਮ ਦੇ ਨਾਲ ਪਹਿਲਾਂ ਸਬ ਜੂਨੀਅਰ ਨਾਲ, ਫਿਰ ਜੂਨੀਅਰ ਨਾਲ, ਫਿਰ ਸੀਨੀਅਰ ਟੀਮ ਦੇ ਨਾਲ ਕੋਚ ਰੱਖਿਆ। ਜੀ ਤੇ ਉਸ ਸਮੇਂ ਦਰਮਿਆਨ ਮਤਲਬ ਟੀਮਾਂ ਦੇ ਨਾਲ ਜਾਣ ਦਾ ਵੀ ਮੌਕਾ ਮਿਲਿਆ। ਜੀ 95 ਦੇ ਵਿੱਚ ਮੈਂ ਸ਼੍ਰੀਲੰਕਾ ਗਿਆ, ਜੀ ਫਿਰ ਇੱਕ ਪ੍ਰੈਜ਼ੀਡੈਂਟ ਕੱਪ ਹੁੰਦਾ ਹੈਗਾ ਜਕਾਰਤਾ ਦੇ ਵਿੱਚ, ਉੱਥੇ ਗਏ। ਜੀ ਉਸ ਤੋਂ ਬਾਅਦ ਜਰਮਨ ਦੇ ਵਿੱਚ ਕੰਬਾਈਨ ਟ੍ਰੇਨਿੰਗ ਸੀ ਤੇ ਬ੍ਰੈਡਨਬਰਗ ਕੱਪ ਸੀਗਾ, ਉਹਦੇ 'ਚ ਹਿੱਸਾ ਲਿਆ। ਉਸ ਤੋਂ ਬਾਅਦ 99 ਦੇ ਵਿੱਚ USA ਗਏ, ਵਰਲਡ ਬਾਕਸਿੰਗ ਚੈਂਪੀਅਨਸ਼ਿਪ ਹੋਈ ਸੀਗੀ। ਜੀ ਫਿਰ ਕਿਊਬਾ ਗਏ, ਉੱਥੇ ਕੰਬਾਈਨ ਟ੍ਰੇਨਿੰਗ ਸੀ ਤੇ ਸਿੱਧੂ ਬ੍ਰਦਰ ਤੇ ਸਰਦਾਰ ਦਵਿੰਦਰ ਸਿੰਘ ਘੁੰਮਣ ਨੇ ਉਹ ਟੂਰ ਆਰਗੇਨਾਈਜ਼ ਕੀਤਾ ਸੀ ਵੀ ਪੰਜਾਬ ਦੇ ਬੱਚਿਆਂ ਨੂੰ ਕਿਊਬਾ 'ਚ ਟ੍ਰੇਨਿੰਗ ਦਵਾਈ ਜਾਵੇ ਜੀ ਤੇ ਮੈਨੂੰ ਬਤੌਰ ਕੋਚ ਨਾਲ ਭੇਜਿਆ। ਤੇ ਇਸ ਤਰ੍ਹਾਂ 83 ਦੇ ਵਿੱਚ ਐਜ਼ ਏ ਪਲੇਅਰ ਮੈਂ ਪਾਕਿਸਤਾਨ ਗਿਆ ਸੀ, ਜੀ ਉੱਥੇ 골ਡਨ ਜੂਬਲੀ ਟੂਰਨਾਮੈਂਟ ਹੋਇਆ ਸੀਗਾ ਜੀ ਤੇ ਮਾਨ ਸ਼ਈਆ ਸਾਹਿਬ ਨੇ ਉਹ ਮੈਨੇਜ ਕੀਤਾ ਸੀਗਾ। ਜੀ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਜੋ ਕੁਛ ਚਾਹਿਆ ਸੀ ਉਹ ਮਿਲ ਗਿਆ ਜੀ ਤੇ ਚੰਗੇ ਬਾਕਸਰ ਮਿਲੇ, ਚੰਗਾ ਪਰਿਵਾਰ ਮਿਲਿਆ, ਚੰਗੇ ਟੀਚਰ ਮਿਲੇ ਤੇ ਮੈਂ ਰੱਬ ਦਾ ਬਹੁਤ ਇਸ ਗੱਲੋਂ ਸ਼ੁਕਰਗੁਜ਼ਾਰ ਹਾਂ। ਮੈਨੂੰ ਕੋਈ ਕਮੀ ਨਹੀਂ ਮਹਿਸੂਸ ਹੁੰਦੀ ਵੀ ਕੁਝ ਰਹਿ ਗਿਆ ਬਾਕੀ। ਜੀ ਇੱਥੇ ਇੱਕ ਖਾਸ ਸਵਾਲ ਹੈ ਕਿ ਹਰਪ੍ਰੀਤ ਸਿੰਘ ਜੀ ਹੁਣ ਵੀ ਉਹੀ ਰੂਟੀਨ ਹੈ, ਕਿਉਂਕਿ ਅਕਸਰ ਦੇਖਿਆ ਗਿਆ ਕਿ ਜਦੋਂ ਇੱਕ ਖਿਡਾਰੀ ਜਾਂ ਕੋਚ ਹੈ ਜਾਂ ਤੁਸੀਂ ਜਿਸ ਤਰ੍ਹਾਂ ਦੀ ਪੋਸਟ ਤੋਂ ਰਿਟਾਇਰ ਹੋਏ ਹੋ, ਉਦੋਂ ਤੱਕ ਸਰਕਾਰ ਵੱਲੋਂ ਅੱਛੀ ਤਨਖਾਹ ਸੀ, ਅੱਛਾ ਕੰਮ ਕਰਦੇ ਰਹੇ, ਕੀ ਹੁਣ ਵੀ ਉਹੀ ਕੋਸ਼ਿਸ਼ਾਂ ਨੇ, ਉਹੀ ਢੰਗ ਤਰੀਕਾ ਉੱਠਣ ਦਾ ਜਾਂ ਖੇਡਣ ਦਾ ਜਾਂ ਬੱਚਿਆਂ ਨੂੰ ਸਿਖਾਉਣ ਦਾ, ਜਾਂ ਥੋੜ੍ਹਾ ਸਰੀਰ ਦੇ ਵਿੱਚ ਸੁਸਤਪਣਾ ਆ ਗਿਆ? ਕਰੋਨਾ ਦੇ ਕਰਕੇ ਕੁਝ ਜਿਹੜੇ ਮੇਰੇ ਟਾਰਗੇਟ ਸੀ ਉਹ ਅਜੇ ਮੈਂ ਨਹੀਂ ਅਚੀਵ ਕਰ ਪਾਇਆ। ਮੇਰੀ ਮਰਜ਼ੀ ਸੀਗੀ ਕਿ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਜਾ ਕੇ ਟ੍ਰੇਨਿੰਗ ਦਿਆਂ, ਉੱਥੇ ਬਕਾਇਦਾ ਮੈਂ ਐਫਰਟਸ ਕਰਕੇ ਆਪਣੇ ਯਾਰਾਂ ਦੋਸਤਾਂ ਦੀ ਮਦਦ ਦੇ ਨਾਲ ਬਾਕਸਿੰਗ ਹਾਲ ਬਣਵਾਇਆ, ਉੱਥੇ ਇੱਕ ਟ੍ਰੇਨਿੰਗ ਸੈਂਟਰ ਚੱਲਦਾ ਵਾ, ਬਾਕਸਿੰਗ ਦਾ ਰਿੰਗ ਓਬਰਾਏ ਸਾਹਿਬ ਨੇ ਦਿੱਤਾ ਤੇ ਮੈਂ ਉੱਥੇ ਟ੍ਰੇਨਿੰਗ ਕਰਾਉਣੀ ਚਾਹੁੰਦਾ ਸੀ। ਪਰ ਕਰੋਨਾ ਕਰਕੇ ਪਿਛਲੇ ਜਦੋਂ ਤੋਂ ਮੈਂ ਰਿਟਾਇਰ ਹੋਇਆ, ਫਰਵਰੀ 'ਚ ਰਿਟਾਇਰ ਹੋਇਆ ਪਿਛਲੇ ਸਾਲ, ਤੇ ਮਾਰਚ ਦੇ ਵਿੱਚ ਪ੍ਰੋਬਲਮ ਆ ਗਈ ਸੀ, ਉਹ ਚੰਗੀ ਤਰ੍ਹਾਂ ਉਹਨੂੰ ਕੰਟੀਨਿਊ ਨਹੀਂ ਕਰ ਪਾਏ। ਪਰ ਹੁਣ ਵੀ ਜਦੋਂ ਮੈਂ ਫ੍ਰੀ ਹੁੰਦਾ ਤੇ ਮੇਰੇ ਗੁਆਂਢ 'ਚੋਂ 4-5 ਬੱਚੇ ਹੁੰਦੇ ਨੇ ਤੇ ਮੈਂ ਕਹਿੰਦਾ ਵੀ ਚਲੋ ਬਾਕਸਿੰਗ ਦੀ, ਕਿਉਂਕਿ ਮੇਰੇ ਘਰ ਦੇ ਸਾਹਮਣੇ ਮੇਰਾ ਆਪਣਾ ਇੱਕ ਛੋਟਾ ਜਿਹਾ ਸਕੂਲ ਵੀ ਆ, ਉਹਦੇ ਗਰਾਊਂਡ 'ਚ ਬੁਲਾ ਕੇ ਤੇ ਉਹਨਾਂ ਨੂੰ ਬਾਕਸਿੰਗ ਦੀ ਬੇਸਿਕਸ ਸਿਖਾਉਣੀ ਸ਼ੁਰੂ ਕਰ ਦਿੱਤੀ ਆ। ਤੇ ਬਾਕੀ ਗੱਲ ਰਹੀ ਵੀ ਸਫੀਸ਼ੀਐਂਟ ਤਨਖਾਹ ਸੀਗੀ ਤੇ ਵਾਧੂ ਪੈਨਸ਼ਨ ਆ ਤੇ ਜੇ ਸਬਰ ਤੇ ਸ਼ੁਕਰ ਨਹੀਂ ਹੈਗਾ ਤਾਂ ਬਹੁਤ ਥੋੜੇ ਨੇ, ਜੇ ਸਬਰ ਤੇ ਸ਼ੁਕਰ ਹੈ ਤੇ ਉਹ ਇੰਨੇ ਨੇ ਕੋਈ ਮੁੱਕਦੇ ਹੀ ਨਹੀਂ ਗਏ। ਜੀ ਅਸੀਂ ਆਖਰੀ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ ਹਰਪ੍ਰੀਤ ਜੀ, ਜੇਕਰ ਅਸੀਂ ਦਰਸ਼ਕਾਂ ਦੀ ਗੱਲ ਕਰੀਏ ਤਾਂ ਦਰਸ਼ਕਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਕੋਈ ਅਜਿਹੀ ਅਪੀਲ ਕਰੋ, ਕਿਉਂਕਿ ਅਕਸਰ ਜਿਹੜੇ ਹੁਣ ਨੌਜਵਾਨ ਨੇ ਉਹ ਖੇਡਾਂ ਤੋਂ ਦੂਰ ਨੇ, ਜਾਂ ਤਾਂ ਬਾਹਰਲੇ ਮੁਲਕ ਜਾਣ ਦੀ ਹੋੜ ਲੱਗੀ ਹੋਈ ਹੈ ਤੇ ਜਾਂ ਫਿਰ ਘਰ ਦੇ ਵਿੱਚ ਮੋਬਾਈਲ ਤੇ ਟੀਵੀ ਨਾਲ ਬੰਨੇ ਹੋਏ ਨੇ। ਤੁਸੀਂ ਉਹਨਾਂ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਹਰ ਇੱਕ ਬੱਚੇ ਨੂੰ ਉਹਦੇ ਮਾਂ-ਪਿਓ ਘੱਟੋ ਘੱਟ 45 ਮਿੰਟ ਗਰਾਊਂਡ 'ਚ ਐਕਟੀਵਿਟੀ ਕਰਾਉਣ ਜੀ, ਤਾਂ ਉਹਦੇ ਨਾਲ ਉਹਦਾ ਮਾਈਂਡ ਤੇ ਬਾਡੀ ਦੀ ਵੀ ਗਰੋਥ ਹੋਏਗੀ
ਸਪੋਰਟਸ ਸਿਰਫ ਅਸੀਂ ਇਸ ਵਾਸਤੇ ਨਹੀਂ ਕਰਦੇ ਕਿ ਸਾਨੂੰ ਨੌਕਰੀਆਂ ਮਿਲਦੀਆਂ ਨੇ, ਸਾਨੂੰ ਸਰਟੀਫਿਕੇਟ ਮਿਲਦੇ ਨੇ, ਮੈਡਲ ਮਿਲਦੇ ਨੇ, ਫੇਮ ਮਿਲਦੀ ਆ, ਹੋਰ ਬਹੁਤ ਕੁਝ ਮਿਲਦਾ, ਤੰਦਰੁਸਤੀ ਮਿਲਦੀ ਆ, ਸੋਸ਼ਲ ਰਿਲੇਸ਼ਨ ਮਿਲਦੇ ਨੇ, ਇੱਕ ਪੇਸ਼ੈਂਸ ਡਿਵੈਲਪ ਹੁੰਦੀ ਹੈ। ਹੁਣ ਸਪੋਰਟਸਮੈਨ ਜਿੱਤਦਾ ਵੀ ਆ, ਹਾਰਦਾ ਵੀ ਆ, ਉਹ ਕਦੀ ਨੈਗੇਟਿਵ ਪਾਸੇ ਨਹੀਂ ਜਾਊਗਾ, ਨੈਗੇਟਿਵ ਤੋਂ ਬਾਅਦ ਉਹ ਸੁਸਾਈਡ ਬਾਰੇ ਨਹੀਂ ਸੋਚੂਗਾ, ਉਹ ਕਦੀ ਨਸ਼ੇ ਵੱਲ ਨਹੀਂ ਜਾਊਗਾ, ਉਹਦੇ ਚੰਗੇ ਦੋਸਤ ਹੋਣਗੇ। ਹੈਲਦੀ ਸਮਾਜ ਨੂੰ ਸਿਰਜਣ ਵਾਸਤੇ, ਚੰਗੇ ਪਰਿਵਾਰਾਂ ਵਾਸਤੇ, ਚੰਗੇ ਫਿਊਚਰ ਵਾਸਤੇ ਸਪੋਰਟਸ ਦਾ ਇੱਕ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ। ਇਸ ਤੋਂ ਬਗੈਰ ਗੁਜ਼ਾਰਾ ਨਹੀਂ। ਜੇ ਇੱਕ ਚੰਗਾ ਦੇਸ਼, ਚੰਗਾ ਸਮਾਜ ਆਪਾਂ ਸਿਰਜਣਾ ਚਾਹੁੰਦੇ ਹਾਂ ਤਾਂ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਸਪੋਰਟਸ ਜ਼ਰੂਰ ਕਰਵਾਓ ਆਪਣੇ ਬੱਚੇ ਨੂੰ। ਜੀ, ਸਾਡੀ ਇੱਕ ਨਿੱਜੀ ਗੁਜ਼ਾਰਿਸ਼ ਹੈ ਕਿ ਇਸੇ ਤਰ੍ਹਾਂ ਦੀ ਅਪੀਲ ਇੱਕ ਸਰਕਾਰ ਨੂੰ ਕੀ ਕਰਨਾ ਚਾਹੂੰਗੇ, ਕਿਉਂਕਿ ਅਕਸਰ ਜਦੋਂ ਖੇਡਾਂ ਹੁੰਦੀਆਂ ਨੇ ਤਾਂ ਸਾਡੇ ਜਦ ਕਿ ਪੰਜਾਬ ਦੇ ਵਿੱਚ ਅਗਰ ਦੇਖਿਆ ਗਿਆ ਤਾਂ ਖੁਰਾਕ ਵਧੀਆ, ਨੌਜਵਾਨ ਵਧੀਆ ਨੇ, ਸਰੀਰਕ ਪੱਖੋਂ ਵਧੀਆ ਨੇ, ਪਰ ਫਿਰ ਵੀ ਦੂਜੀਆਂ ਸਟੇਟਾਂ ਦਾ ਨਾਮ ਜ਼ਿਆਦਾ ਹੁੰਦਾ ਹੈ। ਜੇਕਰ ਅਸੀਂ ਹਰਿਆਣੇ ਦੀ ਗੱਲ ਕਰੀਏ ਤਾਂ ਖੇਡਾਂ ਨੂੰ ਬਹੁਤ ਪ੍ਰਮੋਟ ਕਰਦੇ ਨੇ ਉਹ, ਤਾਂ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕਮੀਆਂ ਕੀ ਨੇ ਤੇ ਕਿਹਨਾਂ ਕਮੀਆਂ ਨੂੰ ਦੂਰ ਕਰਕੇ ਅਸੀਂ ਇਹਨਾਂ ਦੇ ਵਿੱਚ ਸੁਧਾਰ ਕਰ ਸਕਦੇ ਹਾਂ। ਸੋ ਸਰਕਾਰ ਨੂੰ ਤੁਸੀਂ ਕਿਹੜੇ ਪੱਖ ਤੋਂ ਆਪਣੇ ਵੱਲੋਂ ਅਪੀਲ ਕਰਨਾ ਚਾਹੋਗੇ? ਸਰਕਾਰ ਤੋਂ ਤਾਂ ਉਮੀਦ ਕਰਦੇ ਹਾਂ ਕਿ ਉਹ ਵਧੀਆ ਤਰੀਕੇ ਨਾਲ ਟੈਲੈਂਟ ਹੰਟ ਕਰਵਾਏ ਜੀ, ਤੇ ਗ੍ਰਾਸ ਰੂਟ 'ਤੇ ਚੰਗੀਆਂ ਫੈਸਿਲਿਟੀਜ਼ ਦਿੱਤੀਆਂ ਜਾਣ ਜੀ, ਤੇ ਉਸ ਤੋਂ ਵੱਧ ਜ਼ਿੰਮੇਦਾਰ ਮਾਂ ਪਿਓ ਤੇ ਬੱਚੇ ਨੇ ਇੱਕ ਸਪੋਰਟਸ ਨੂੰ ਕਮਿਟਮੈਂਟ ਨਾਲ ਰੈਗੂਲਰ ਹੋ ਕੇ ਕਰਨ। ਜੇ ਕਿਸੇ 'ਚ ਟੈਲੈਂਟ ਹੈ ਤਾਂ ਉਸ ਨਾਲ ਜ਼ਿਆਦਾ ਇੰਪੋਰਟੈਂਟ ਹੈ ਵੀ ਰੈਗੂਲਰ ਕੌਣ ਹੈ। ਇੱਕ ਟੈਲੈਂਟਡ ਬੱਚਾ, ਇੱਕ ਬੱਚਾ ਇਹੋ ਜਿਹਾ ਵੀ ਜਿਹੜਾ ਕਮਿਟਡ ਹੈ ਜੀ, ਉਹ ਲਗਾਤਾਰ ਮਿਹਨਤ ਕਰਦਾ ਤਾਂ ਉਹ ਟੈਲੈਂਟਡ ਬੱਚੇ ਨੂੰ ਵੀ ਹਰਾ ਦੇਗਾ ਜੀ। ਅਸੀਂ ਸਰਕਾਰਾਂ ਤੋਂ ਵੀ ਉਮੀਦ ਕਰਦੇ ਹਾਂ, ਪੇਰੈਂਟਸ ਤੇ ਬੱਚਿਆਂ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਪੂਰੀ ਕਮਿਟਮੈਂਟ ਦੇ ਨਾਲ ਗਰਾਊਂਡ 'ਚ ਰੈਗੂਲਰ ਜਾਣ ਜੀ, ਤੇ ਆਪਣਾ ਗੋਲ ਅਚੀਵ ਕਰਨ ਵਾਸਤੇ ਸੈਮੀ ਗੋਲ ਫਿਕਸ ਕਰਨ। ਇਹ ਨਹੀਂ ਮੈਂ ਓਲੰਪਿਕ ਗੋਲਡ ਲੈਣਾ, ਉਹ ਕਹਿਣ ਨਾਲ ਤਾਂ ਆ ਨਹੀਂ ਜਾਣਾ। ਉਹਦੇ ਵਾਸਤੇ ਤੁਹਾਨੂੰ ਪਹਿਲਾ ਗੋਲ ਬਣਾਉਣਾ ਪਏਗਾ ਡਿਸਟ੍ਰਿਕਟ ਦਾ, ਦੈਨ ਸਟੇਟ ਦਾ, ਦੈਨ ਨੈਸ਼ਨਲ ਦਾ, ਦੈਨ ਇੰਟਰਨੈਸ਼ਨਲ ਦਾ, ਰੈਕਗਨਾਈਜ਼ ਕੰਪੀਟੀਸ਼ਨ ਦਾ। ਉਹ ਗੋਲ ਬਣਾਉਣਾ ਤੇ ਉਸ ਗੋਲ ਨੂੰ ਅਚੀਵ ਕਰਨ ਵਾਸਤੇ ਤੁਸੀਂ ਪੂਰਾ ਟਾਈਮ, ਪੂਰੀ ਡਿਵੋਸ਼ਨ ਦੇਣੀ ਹੈ ਜੀ। ਮੈਂ ਦਾਅਵੇ ਨਾਲ ਕਹਿੰਦਾ ਇੱਕ ਬੱਚਾ 10,000 ਘੰਟੇ ਇੱਕ ਸਪੋਰਟਸ ਜਿਹੜੀ ਨੂੰ ਚੰਗੀ ਲੱਗਦੀ ਜੀ ਜਾਨ ਨਾਲ ਕਰ ਲੇ, ਉਹ ਵਰਲਡ ਲੈਵਲ ਦਾ ਪਲੇਅਰ ਬਣ ਜਾਊਗਾ। 7,500 ਘੰਟੇ ਕਰ ਲਵੇ, ਉਹਦਾ ਨੈਸ਼ਨਲ 'ਚ ਨਾ ਹੋਊਗਾ, ਇੰਡੀਆ ਲੈਵਲ 'ਤੇ ਨਾ ਹੋਊਗਾ। ਪਰ ਉਹ ਟਾਈਮ ਇਹ ਨਹੀਂ ਵੀ ਗਰਾਊਂਡ ਚਲਾ ਗਿਆ ਤੇ ਕੀਤਾ ਹੀ ਕੁਛ ਨਹੀਂ ਗਾ। ਜਿਹੜਾ ਉਹਨੇ ਜਾ ਕੇ ਉੱਥੇ ਵਰਕ ਕੀਤਾ ਤੇ ਰੋਜ਼ ਡਾਇਰੀ ਲਾ ਲਵੇ ਜੀ, ਅੱਜ ਮੈਂ 2 ਘੰਟੇ ਸਵੇਰੇ ਕੀਤਾ, 2.5 ਘੰਟੇ ਸ਼ਾਮ ਨੂੰ ਕੀਤਾ, ਤਾਂ ਆਪਣੀ ਡਾਇਰੀ 'ਚ ਲਿਖਦੇ 4.5 ਘੰਟੇ। ਜਿੱਦਣ 10,000 ਘੰਟੇ ਹੋ ਜਾਣਗੇ ਜਾਂ 7,500 ਜਾਂ 5,000 ਘੰਟੇ ਆ ਜਾਣਗੇ, ਮੇਰੇ ਕੋਲ ਆ ਕੇ ਮੇਰੇ ਨਾਲ ਗੱਲ ਕਰ ਸਕਦਾ ਵੀ ਸਰ ਮੈਂ ਕੰਮ ਤਾਂ ਕੀਤਾ ਸੀ, ਮੈਨੂੰ ਉਹਦਾ ਰਿਜ਼ਲਟ ਨਹੀਂ ਮਿਲਿਆ। ਅਸੀਂ ਤਾਂ ਬਹੁਤ ਛੇਤੀ ਫਸਲ ਵੱਢਣਾ ਚਾਹੁੰਦੇ ਹਾਂ ਜੀ, ਤੇ ਉਹਦੇ ਵਾਸਤੇ ਤਾਂ ਤੁਹਾਨੂੰ ਇੱਕ ਤਪੱਸਿਆ ਵਾਂਗੂ ਸਪੋਰਟਸ ਕਰਨੀ ਪਏਗੀ। ਉਹਦੇ ਨਾਲ ਡਾਈਟ ਵੀ ਚਾਹੀਦੀ ਹੈ, ਸਪੋਰਟਸ ਮੈਡੀਸਿਨ ਵੀ ਚਾਹੀਦੀ ਆ, ਟੀਚਰ ਵੀ ਚਾਹੀਦਾ, ਟਾਈਮ ਵੀ ਚਾਹੀਦਾ, ਸਾਰੀ ਚੀਜ਼ਾਂ ਦਾ ਕੰਬੀਨੇਸ਼ਨ ਹੈ ਜੀ। ਪਰ ਇੱਕ ਜਿਹੜੀ ਕਮਿਟਮੈਂਟ ਹੈ, ਇੱਕ ਪੈਸ਼ਨ ਬਣਾ ਕੇ ਕੰਮ ਕਰਨਾ, ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਹੁਣ ਕਿਊਬਾ ਦੇ ਲੋਕਾਂ ਕੋਲ ਨਾ ਡਾਈਟ ਹੈ ਤੇ ਨਾ ਇਕੁਇਪਮੈਂਟ ਹੈ, ਪਰ ਉਹ ਵਰਲਡ ਚੈਂਪੀਅਨ ਹੈ, ਓਲੰਪਿਕ ਚੈਂਪੀਅਨ ਹੈ, ਹੋਰ ਵੀ ਬੜੇ ਗਰੀਬ ਦੇਸ਼ ਨੇ। ਸੋ ਆਪਾਂ ਡਾਈਟ ਨੂੰ ਤੇ ਗੌਰਮੈਂਟ ਦੀਆਂ ਫੈਸਿਲਿਟੀਜ਼ ਨੂੰ ਨਾ ਨਿੰਦੀਏ, ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਅੱਜ ਵੀ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ। ਹਰਪ੍ਰੀਤ ਜੀ, ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਸਵਾਲ ਐਂ ਲੱਗਦਾ ਜਿਵੇਂ ਹਜੇ ਵੀ ਅਧੂਰਾ ਹੈ, ਤਾਂ ਤੁਸੀਂ ਸਰਕਾਰ ਨੂੰ, ਅਗਰ ਤੁਹਾਨੂੰ ਸਰਕਾਰ ਕਹੇ ਵੀ ਹਰਪ੍ਰੀਤ ਸਿੰਘ ਜੀ ਤੁਸੀਂ ਬੈਠੇ ਹੋ ਸਾਹਮਣੇ, ਕੋਈ ਅਜਿਹਾ ਪੱਖ ਦੱਸੋ ਕਿ ਸਾਡੀ ਜਿਹੜੀ ਖੇਡ ਹੈ, ਪੰਜਾਬ ਦੀ ਖੇਡ ਹੈ, ਨੰਬਰ 1 ਤੇ ਆ ਜਾਏ, ਤਾਂ ਤੁਸੀਂ ਕੀ ਪੱਖ ਰੱਖਣਾ ਚਾਹੋਗੇ? ਇੱਕ ਇੱਦਾਂ ਦੀ ਟੀਮ ਬਣਾਈ ਜਾਵੇ ਜੀ, ਜਿਹੜੀ ਕੰਪੀਟੀਸ਼ਨ ਦੇ ਵਿੱਚ ਜਾਏਗੀ। ਸਪੋਜ਼ ਹਰ ਗੇਮ ਦੀ ਇੱਕ ਵੱਖਰੀ ਟੀਮ ਹੋਵੇ, ਇੱਕ ਉਹ 'ਚ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਵੇ, ਇੱਕ ਐਸੋਸੀਏਸ਼ਨ ਦਾ ਨੁਮਾਇੰਦਾ ਹੋਵੇ, ਇੱਕ ਇਹੋ ਜਿਹਾ ਇੰਟਰਨੈਸ਼ਨਲ ਇਮਾਨਦਾਰ ਪਲੇਅਰ ਹੋਵੇ ਜੀ, ਵੀ ਉਹ ਤਿੰਨ, ਜੇ ਮੰਨ ਲਓ ਬਾਕਸਿੰਗ ਦੀ ਗੱਲ ਕਰਾਂ ਤਾਂ 3 ਮੈਂਬਰੀ ਕਮੇਟੀ ਹਰ ਕੰਪੀਟੀਸ਼ਨ 'ਚ ਜਾਊਗੀ। ਨਾ ਤਾਂ ਕੰਪੀਟੀਸ਼ਨ 'ਚ ਇਨਜਸਟਿਸ ਹੋਵੇ ਜੀ, ਕਿਉਂਕਿ ਜਿਹੜੀ ਪਾਰਖੂ ਅੱਖ ਹੈ ਉਹ ਕਿਸੇ ਇਹੋ ਜਿਹੇ ਬੱਚੇ ਨੂੰ ਵੀ ਫੜ ਸਕਦੀ ਹੈ ਵੀ ਜਿਹੜਾ ਪਹਿਲੀ ਬਾਊਟ, ਪਹਿਲੇ ਰਾਊਂਡ 'ਚ ਬੱਚਾ ਹਾਰ ਗਿਆ ਜੀ। ਪਰ ਜੇ ਪਾਰਖੂ ਅੱਖ ਹੈ ਤਾਂ ਉਹਨੇ ਕਹਿਣਾ ਵੀ ਨਹੀਂ, ਇਹਨੂੰ ਸਾਂਭ ਲਓ, ਇਹ ਦਲੇਰ ਹੈ, ਇਹਨੂੰ ਕਿਸੇ ਨੇ ਬਾਕਸਿੰਗ ਸਿਖਾਈ ਨਹੀਂ, ਸਿੱਧਾ ਹੀ ਕੰਪੀਟੀਸ਼ਨ 'ਚ ਲਾਇਆ, ਇਹ ਬਹੁਤ ਵਧੀਆ ਕਰ ਸਕਦਾ। ਵੀ ਇਹੋ ਜਿਹਾ ਕੰਮ ਕਰਨਾ ਚਾਹੀਦਾ, ਹਰ ਗੇਮਾਂ 'ਚ ਇਹੋ ਜਿਹੀ ਕਮੇਟੀ ਬਣੇ। ਸਰਦਾਰ ਪ੍ਰਗਟ ਸਿੰਘ ਜੀ ਨੇ ਇਹੋ ਜਿਹਾ ਕੰਮ ਕੀਤਾ ਸੀ, ਤੇ ਉਹਨਾਂ ਚੀਜ਼ਾਂ ਦਾ ਰਿਜ਼ਲਟ ਆਉਣ ਵਾਸਤੇ ਟਾਈਮ ਲੱਗਦਾ ਹੁੰਦਾ ਹੈ। ਤੇ ਮੈਂ ਉਸ ਚੀਜ਼ ਦਾ ਕਾਇਲ ਹਾਂ ਕਿ ਉਸ ਕੰਮ 'ਤੇ ਜਿਹੜੇ ਬੰਦੇ ਲਾਏ ਜਾਣ, ਮਤਲਬ ਉਹ ਪੂਰੀ ਇਮਾਨਦਾਰੀ ਨਾਲ ਜੇ ਕੰਮ ਕਰਨ, ਤੇ ਪੰਜਾਬ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਜੀ। ਸੋ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਸਾਡੇ ਵੱਖ-ਵੱਖ ਪ੍ਰੋਗਰਾਮ ਦਰਸ਼ਕ ਦੇਖਦੇ ਨੇ, ਮੀਟ ਵਿਦ ਡਾਕਟਰਸ,
ਇੱਕ ਖਾਸ ਸ਼ਖਸੀਅਤ, ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਇੱਕ ਅਜਿਹੇ ਸ਼ਖਸ ਨੂੰ ਅਸੀਂ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨਾਲ ਮਿਲ ਕੇ ਸਾਨੂੰ ਖੁਦ ਬੜੀ ਖੁਸ਼ੀ ਹੁੰਦੀ ਹੈ। ਤੇ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਕਿਉਂਕਿ ਅਜਿਹੀਆਂ ਸ਼ਖਸੀਅਤਾਂ ਨੂੰ ਦੇਖ ਕੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬੜਾ ਹੌਸਲਾ ਮਿਲਦਾ ਹੈ, ਕਿਉਂਕਿ ਅਜਿਹੀ ਉਮਰ ਦੇ ਵਿੱਚ ਵੀ ਉਸੇ ਤਰ੍ਹਾਂ ਉਹਨਾਂ ਦੀ ਸੋਚ ਹੈ ਕਿ ਇਸ ਤਰ੍ਹਾਂ ਜਿਹੜਾ ਲੋਕਾਂ ਦੇ ਲਈ ਉਸੇ ਤਰ੍ਹਾਂ ਕੰਮ ਕਰ ਰਹੇ ਨੇ, ਨੌਜਵਾਨਾਂ ਵਾਸਤੇ ਬਹੁਤ ਚੰਗਾ ਕੰਮ ਕਰ ਰਹੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹਰਪ੍ਰੀਤ ਸਿੰਘ ਜੀ ਹੁੰਦਲ ਜੋ ਨੇ ਬਾਕਸਿੰਗ ਦੇ ਨਾਲ ਜੁੜੇ ਹੋਏ ਕੋਚ ਸੀ, ਤੇ ਅੱਜ ਉਸੇ ਤਰ੍ਹਾਂ ਉਹ ਨੌਜਵਾਨੀ ਲਈ, ਅੱਜ ਉਸੇ ਤਰ੍ਹਾਂ ਬੱਚਿਆਂ ਲਈ ਫਿਰ ਦੁਬਾਰਾ ਮਿਹਨਤ ਕਰ ਰਹੇ ਨੇ। ਇੱਥੇ ਉਮਰ ਦਾ ਤਕਾਜ਼ਾ ਨਹੀਂ ਹੈ, ਇੱਥੇ ਅੰਦਰੋਂ ਹੌਸਲੇ ਦੀ ਗੱਲ ਹੈ। ਸੋ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ ਹੁੰਦਲ ਜੀ, ਧੰਨਵਾਦ। ਥੈਂਕ ਯੂ, ਧੰਨਵਾਦ ਜੀ।